ਸਮਰੱਥ ਡੋਲਣ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ ਬੇਸ਼ੁਮਾਰ ਅਥਾਹ ਅਗਣਤ ਅਤੁਲੈ। ਜੋ ਬੁਲਾਵੋ ਤਿਉ ਨਾਨਕ ਦਾਸ ਬੁਲੈ। ਜੇਤਾ ਜੀਉ ਬਿਨ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆ ਦੂਜੈ ਲਗਾ ਹੇਤ। ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਭਾਦੋਏ ਭਰਮ ਭੁਲਾਣੀਆ ਦੂਜੈ ਲਗਾ ਹੇਤ। ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕੈਸਣ ਪ੍ਰੇਤ। ਪਕੜ ਚਲਾਇਨ ਦੂਤ ਜਮ ਕਿਸੈ ਨ ਦੀਨੀ ਭੇਤ। ਛੱਡ ਖੜੋਤੇ ਖਿਨੈ ਮਾਏ ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ। ਦੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸਰਨਾਗਤੀ ਚਰਨ ਹੋਇਤ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਨਾਨਕ ਪ੍ਰਭ ਸਰਨਾਗਤੀ ਚਰਨ ਬੋਇਤ ਪ੍ਰਭ ਦੇਤ। ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਧਾਰਮਿਕ ਅਸਥਾਨਾਂ ਦੇ ਵਿੱਚ ਅੱਜ ਲੋਕਾਂ ਦੀ ਬਹੁਤ ਭੀੜ ਦੇਖਣ ਨੂੰ ਮਿਲੇਗੀ। ਉਸ ਦਾ ਕਾਰਨ ਹੈ ਕਿ ਮਨੁੱਖ ਇਹ ਭੈ ਦੇ ਵਿੱਚ ਹੈ, ਡਰ ਦੇ ਵਿੱਚ ਹੈ। ਉਹੀ ਮਨੁੱਖ ਹੈ ਜਿਸ ਨੂੰ ਹੋਰ 29-30 ਦਿਨ ਰੱਬ ਜਾਂ ਗੁਰੂ ਚੇਤੇ ਨਹੀਂ ਆਉਂਦਾ। ਪਰ ਜਿਸ ਦਿਨ ਸੰਗਰਾਂਦ ਦਾ ਦਿਹਾੜਾ ਹੁੰਦਾ ਹੈ ਰੱਬ ਗੁਰੂ ਚੇਤੇ ਆਉਂਦਾ ਹੈ।
ਜਦੋਂ ਆਪਾਂ ਸੰਗਰਾਂਦ ਦੇ ਦਿਹਾੜੇ ਨੂੰ ਵਾਚੀਏ ਵਿਚਾਰੀਏ, ਇੱਕ ਗੱਲ ਸਮਝ ਆਉਂਦੀ ਹੈ ਕਿ ਮਨੁੱਖ ਆਪਣੇ ਕਰਮਾਂ ਨੂੰ ਮਾੜਾ ਨਹੀਂ ਗਿਣਦਾ, ਆਪਣੇ ਕਰਤੱਵ ਨੂੰ, ਆਪਣੀ ਕਰਤੂਤ ਨੂੰ ਮਾੜਾ ਨਹੀਂ ਕਹਿੰਦਾ। ਤੇ ਇਹਦੇ ਕੀਤੇ ਹੋਏ ਕਰਮਾਂ ਕਰਕੇ ਜਿਸ ਵਸਤੂ ਦੁਆਰਾ, ਜਿਸ ਆਕਾਰ ਦੁਆਰਾ, ਜਿਸ ਸਰੀਰ ਦੁਆਰਾ, ਜੀਵ ਦੁਆਰਾ ਇਹਨੂੰ ਦੁੱਖ ਮਿਲਿਆ ਹੈ, ਉਸ ਨੂੰ ਮਾੜਾ ਕਹਿੰਦਾ ਹੈ। ਗੁਰਬਾਣੀ ਦੇ ਵਿੱਚ ਬਚਨ ਹਨ ਬਾਬਾ ਫਰੀਦ ਜੀ ਦੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਪਰ ਮਨੁੱਖ ਆਪਣੇ ਆਪ ਨੂੰ ਵਾਚਦਾ ਨਹੀਂ ਤੇ ਆਪਣੇ ਕੀਤੇ ਹੋਏ ਕਰਮਾਂ ਕਰਕੇ ਜਦੋਂ ਦੁੱਖ ਪਾਉਂਦਾ ਹੈ ਤੇ ਫਿਰ ਇਹ ਉਸ ਵਸਤੂ ਨੂੰ, ਉਸ ਚੀਜ਼ ਨੂੰ ਦੋਸ਼ ਦੇਣ ਲੱਗ ਜਾਂਦਾ ਹੈ। ਮਨੁੱਖ ਆਪਾਂ ਵੇਖੀਏ, ਇਸ ਨੇ ਜਾਨਵਰਾਂ ਨੂੰ ਮਾੜਾ ਆਖਿਆ, ਦਰਖਤਾਂ ਨੂੰ ਮਾੜਾ ਆਖਿਆ, ਦਰਿਆਵਾਂ ਨੂੰ ਮਾੜਾ ਆਖਿਆ, ਭਾਵ ਕਿ ਕਾਇਨਾਤ ਦੀ ਹਰ ਇੱਕ ਚੀਜ਼ ਨੂੰ ਮਾੜਾ ਆਖਿਆ। ਇੱਥੇ ਹੀ ਬਸ ਨਹੀਂ, ਫਿਰ ਇਹ ਦੋਸ਼ ਦਿੰਦਾ ਦਿੰਦਾ ਅਸਮਾਨ ਵੱਲ ਨਿਗਾਹ ਮਾਰੀ ਤੇ ਅਸਮਾਨ ਵੱਲ ਨਿਗਾਹ ਮਾਰ ਕੇ ਨੇ ਸੂਰਜ ਨੂੰ ਮਾੜਾ ਆਖਿਆ, ਚੰਦਰਮਾ ਨੂੰ ਮਾੜਾ ਆਖਿਆ, ਤਾਰਿਆਂ ਸਿਆਰਿਆਂ ਨੂੰ ਵੀ ਮਾੜਾ ਆਖਿਆ। ਇੱਥੇ ਵੀ ਮਨੁੱਖ ਰੁਕਿਆ ਨਹੀਂ, ਫਿਰ ਇਹਨੇ ਰੱਬ ਨੂੰ ਵੀ ਮਾੜਾ ਆਖਿਆ, ਰੱਬ ਨੂੰ ਵੀ ਦੋਸ਼ ਦਿੱਤਾ। ਤੇ ਕਈ ਵਾਰ ਆਪਾਂ ਵੇਖਦੇ ਹਾਂ ਜਦੋਂ ਮਨੁੱਖ ਦੇ ਵਿੱਚ ਕੋਈ ਵੱਡਾ ਦੁੱਖ ਵਾਪਰਦਾ ਹੈ ਤੇ ਮਨੁੱਖ ਕਹਿ ਦਿੰਦਾ ਹੈ, ਹੇ ਰੱਬਾ ਇਹ ਤੂੰ ਮੇਰੇ ਨਾਲ ਕੀ ਕੀਤਾ। ਅਕਸਰ ਆਪਾਂ ਦੇਖਦੇ ਹਾਂ ਮਨੁੱਖ ਦੇ ਨਾਲ ਕੋਈ ਐਸੀ ਘਟਨਾ ਹੋ ਜਾਵੇ ਤੇ ਮਨੁੱਖ ਅਕਸਰ ਕਹਿ ਦਿੰਦਾ ਹੈ, ਰੱਬਾ ਇਹ ਤੂੰ ਮੇਰੇ ਨਾਲ ਕੀ ਕੀਤਾ। ਜਾਂ ਇਹ ਵੀ ਸੁਣਨ ਨੂੰ ਮਿਲਦਾ ਹੈ, ਮਨੁੱਖ ਕਹਿੰਦੇ ਨੇ ਪਰਮਾਤਮਾ ਨੇ ਇਹ ਗੱਲ ਚੰਗੀ ਨਹੀਂ ਕੀਤੀ, ਜਦ ਕਿ ਗੁਰਬਾਣੀ ਕਹਿੰਦੀ ਹੈ ਪਰਮਾਤਮਾ ਕਦੇ ਮਾੜਾ ਨਹੀਂ ਕਰਦਾ, ਪਰਮਾਤਮਾ ਸਭ ਦਾ ਭਲਾ ਕਰਦਾ ਹੈ। ਫਿਰ ਜੋ ਦੁੱਖ ਮਿਲਿਆ ਹੈ ਉਹਦਾ ਕਾਰਨ ਕਿਸੇ ਹੋਰ ਨੂੰ ਬਣਾ ਲਿਆ। ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਸੰਗਤ ਕੀਤੀ, ਉਹਨਾਂ ਨੂੰ ਪਤਾ ਲੱਗ ਗਿਆ ਮੇਰੇ ਜੀਵਨ ਵਿੱਚ ਜੇ ਕੋਈ ਦੁੱਖ ਹੈ, ਕਲੇਸ਼ ਹੈ, ਇਹਦਾ ਕਾਰਨ ਕੋਈ ਹੋਰ ਨਹੀਂ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਪਾਵਨ ਬਾਣੀ ਜਿਹੜੀ 12 ਮਾਹ ਦੀ ਹੈ, ਇਹਦੇ ਆਰੰਭ ਵਿੱਚ ਵੀ ਮਹਾਰਾਜ ਨੇ ਉਸ ਗੱਲ ਨੂੰ ਪ੍ਰਗਟ ਕਰਕੇ ਲਿਖ ਦਿੱਤਾ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਪਰਮਾਤਮਾ ਤੂੰ ਬੁਰਾ ਨਹੀਂ ਕੀਤਾ, ਤੂੰ ਮਾੜਾ ਨਹੀਂ ਕੀਤਾ, ਅਸੀਂ ਆਪਣੇ ਕਰਮਾਂ ਕਰਕੇ ਤੇਰੇ ਤੋਂ ਵਿਛੜ ਗਏ ਹਾਂ। ਸਾਡੇ ਹੀ ਕਰਮ ਮਾੜੇ ਨੇ, ਸਾਡੀ ਹੀ ਕਰਤੂਤ ਮਾੜੀ ਹੈ, ਜਿਸ ਕਰਕੇ ਅਸੀਂ ਦੁੱਖ ਵਿੱਚ ਜੀ ਰਹੇ ਹਾਂ। ਤੇ ਇਸ ਕਰਕੇ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਹੁਣ ਜੇਕਰ ਜੀਵ ਉਹ ਜੋ ਮਾੜੇ ਕਰਮ ਹੋ ਗਏ ਨੇ ਉਹਨਾਂ ਦੇ ਫਲ ਤੋਂ ਬਚਣਾ ਹੈ ਤਾਂ ਫਿਰ ਇਹ ਪਰਮਾਤਮਾ ਦੀ ਸਿਫਤ ਸਲਾਹ ਕਰੇ।
ਵਡਿਆਈ ਕਰੇ ਉਸ ਨਿਰੰਕਾਰ ਦੀ ਤੇ ਉਹ ਮਾੜੇ ਕਰਮ ਮਿਟ ਜਾਂਦੇ ਹਨ। ਪਰ ਜੇ ਮਨੁੱਖ ਆਖੇ ਵੀ ਸੰਗਰਾਂਦ ਵਾਲੇ ਦਿਨ ਹੀ ਮੈਂ ਗੁਰਦੁਆਰੇ ਜਾਵਾਂ, ਮੰਦਰ ਵਿੱਚ ਜਾਵਾਂ, ਕਿਸੇ ਧਾਰਮਿਕ ਸਥਾਨ 'ਤੇ ਜਾਵਾਂ, ਤੇ ਇੱਦਾਂ ਕਰਨ ਨਾਲ ਇੱਕ ਦਿਨ ਕਰਨ ਨਾਲ ਮੇਰਾ ਦੁੱਖ ਮਿਟ ਜਾਵੇ, ਫਿਰ ਇਹ ਗੱਲ ਬਣਦੀ ਨਹੀਂ। ਔਰ ਜਿਹੜੀ ਸੰਗਰਾਂਦ ਦਾ ਭਾਵ ਕੀ ਹੈ? ਸੰਕਰਾਂਤ ਸ਼ਬਦ ਤੋਂ ਇਹ ਬਣਿਆ ਹੈ। ਸੰਗਰਾਂਦ ਪੰਜਾਬੀ ਦਾ, ਵੈਸੇ ਇਹਦਾ ਅਰਥ ਹੈ ਸੰਕਰਾਂਤ। ਸੰਗ ਭਲੀ ਭਾਂਤ ਕ੍ਰਾਂਤੀ, ਸੂਰਜ ਦੀ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਦੇ ਵਿੱਚ ਤਬਦੀਲੀ, ਉਹਨੂੰ ਕਿਹਾ ਗਿਆ ਸੰਕਰਾਂਤ। 12 ਮਹੀਨੇ ਨੇ ਤੇ ਸਤਿਗੁਰੂ ਜੀ ਨੇ 12 ਮਹੀਨਿਆਂ ਦੇ ਦੁਆਰਾ ਸਾਨੂੰ ਇੱਕੋ ਉਪਦੇਸ਼ ਦਿੱਤਾ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ ਦਾ। ਜਿਵੇਂ ਆਪਾਂ ਜੋ ਵਿਸਾਖ, ਚੇਤ, ਵਿਸਾਖ, ਜੇਠ, ਹਾੜ, ਸਾਵਣ 5 ਮਹੀਨੇ ਜਿਹੜੇ ਪਿੱਛੇ ਲੰਘ ਚੁੱਕੇ ਨੇ, ਉਹਨਾਂ ਦੇ ਵਿੱਚ ਵੀ ਗੁਰੂ ਪਾਤਸ਼ਾਹ ਸਾਨੂੰ ਜੋ ਹੁਕਮ ਕੀਤਾ ਹੈ ਉਹ ਹੈ ਕਿ ਪਰਮਾਤਮਾ ਦਾ ਨਾਮ ਜਪੋ, ਵਾਹਿਗੁਰੂ ਦਾ ਨਾਮ ਜਪੋ, ਸਿਮਰਨ ਕਰੋ। ਵਾਹਿਗੁਰੂ ਦੇ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਕਦੇ ਸੁਖੀ ਨਹੀਂ ਹੋ ਸਕਦਾ। ਜੋ ਅੱਜ ਭਾਦਰੋਂ ਦਾ ਮਹੀਨਾ ਆਗਾਜ਼ ਹੋਇਆ ਹੈ, ਇਹਦੇ ਵਿੱਚ ਆਰੰਭ ਦੇ ਵਿੱਚ ਮਹਾਰਾਜ ਜੀ ਨੇ ਇੱਕ ਗੱਲ ਆਖੀ ਹੈ, ਭਰਮ। ਭਰਮ ਕਿਸ ਨੂੰ ਆਖਿਆ ਗਿਆ ਹੈ? ਕਿਉਂਕਿ ਪਹਿਲਾਂ ਸਾਨੂੰ ਇਸ ਦਾ ਪਤਾ ਹੋਣਾ ਚਾਹੀਦਾ ਹੈ। ਆਪਾਂ ਭਰਮ ਵਿੱਚ ਜੀ ਰਹੇ ਹਾਂ, ਪਰ ਆਪਾਂ ਨੂੰ ਨਹੀਂ ਲੱਗਦਾ ਅਸੀਂ ਭਰਮ ਦੇ ਵਿੱਚ ਹਾਂ। ਜੇਕਰ ਪਤਾ ਲੱਗ ਜਾਵੇ ਭਰਮ ਵਿੱਚ ਜੀ ਰਹੇ ਹਾਂ ਤੇ ਫਿਰ ਇਹਦੇ ਤੋਂ ਖਹਿੜਾ ਛਡਾਈਏ। ਭਰਮ ਨੂੰ ਹੀ ਸਤ ਵਸਤੂ ਕਰਕੇ ਮੰਨ ਲਿਆ ਹੈ। ਵਿਦਵਾਨਾਂ ਨੇ, ਸ਼ਾਸਤਰਕਾਰਾਂ ਨੇ 5 ਪ੍ਰਕਾਰ ਦਾ ਭਰਮ ਆਖਿਆ ਹੈ। ਭੇਦ ਭਰਮ, ਕਰਤਤ ਭਰਮ, ਪੁਨ ਸੰਗ ਭਰਮ, ਵਿਕਾਰ। ਸੰਗ ਭਰਮ, ਵਿਕਾਰ ਭਰਮ, ਬ੍ਰਹਮ ਇਤਰ ਜਗ ਸਤ ਹੈ, ਪਾਂਚੋਂ ਭਰਮ ਸੰਸਾਰ। ਤੇ ਜਦੋਂ ਆਪਾਂ ਗੁਰਬਾਣੀ ਵਿੱਚ ਵੇਖੀਏ, ਇਹਨਾਂ 5 ਭਰਮਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਮਨੁੱਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰ ਪਾਸੇ ਇਹਦਾ ਧਿਆਨ ਚਲਾ ਗਿਆ। ਦੇਖੋ, ਜਿੱਥੇ ਆਪਾਂ ਜਿਹੜੀਆਂ ਚੀਜ਼ਾਂ ਨੂੰ ਮਾੜਾ ਆਖਿਆ ਗਿਆ ਨਾ, ਫਿਰ ਉਹਨਾਂ ਦੀ ਪੂਜਾ ਵੀ ਕਰਦਾ ਮਨੁੱਖ ਕਿ ਉਹਨਾਂ ਤੋਂ ਮੈਨੂੰ ਕੋਈ ਸੁੱਖ ਫਲ ਮਿਲ ਜਾਵੇ। ਇਹਨੂੰ ਭਰਮ ਆਖਿਆ ਗਿਆ ਹੈ। ਭਰਮ ਜੋ ਸਾਨੂੰ ਤੱਤ ਵਸਤੂ ਦੇ ਗਿਆਨ ਤੋਂ ਪਰਾਂ ਲੈ ਜਾਵੇ, ਦੂਰ ਲੈ ਜਾਵੇ, ਭੁਲੇਖੇ ਵਿੱਚ ਪੈ ਜਾਵੇ, ਉਸ ਕਿਰਿਆ ਨੂੰ ਭਰਮ ਆਖਿਆ ਗਿਆ ਹੈ। ਇਹ ਭਰਮ ਪੈ ਗਿਆ ਕਿ ਮੈਨੂੰ ਦੁੱਖ ਦੂਜਿਆਂ ਤੋਂ ਮਿਲ ਰਿਹਾ ਹੈ, ਨਾ ਕਿ ਆਪਣੇ ਕਰਮਾਂ ਤੋਂ। ਭਰਮ ਪੈ ਗਿਆ। ਇਹ ਭਰਮ ਪੈ ਗਿਆ ਕਿ ਮੈਨੂੰ ਸੁੱਖ ਦੂਜੀਆਂ ਵਸਤੂਆਂ ਦੇ ਸਕਦੀਆਂ ਨੇ, ਇਹ ਵੀ ਭਰਮ ਹੈ। ਤੇ ਜਦੋਂ ਤੱਕ ਭਰਮ ਦੇ ਵਿੱਚ ਹੈ, ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜੀਵ ਖੁਆਰ ਹੁੰਦਾ ਫਿਰੇਗਾ। ਭਗਤ ਰਵਿਦਾਸ ਜੀ ਤਾਂ ਇਹਦੇ ਬਾਰੇ ਬੜੇ ਸੋਹਣੇ ਪ੍ਰਮਾਣ ਦਿੰਦੇ ਨੇ ਆਪਣੀ ਬਾਣੀ ਦੇ ਵਿੱਚ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ में उदत जल केवल जल माही, माधवे क्या कहिए भ्रम ऐसा, जैसा मानिए होए ना तैसा। ਭਰਮ ਕਿਹਨੂੰ ਆਖਿਆ ਗਿਆ? ਭਗਤ ਰਵਿਦਾਸ ਜੀ ਕਹਿੰਦੇ ਜੈਸਾ ਮਾਨੀਏ ਹੋਏ ਨਾ ਤੈਸਾ। ਜਿਸ ਨੂੰ ਆਪਾਂ ਸਤ ਕਰਕੇ ਮੰਨ ਲੈਂਦੇ ਹਾਂ ਉਹ ਵੈਸਾ ਨਹੀਂ ਹੁੰਦਾ, ਇਹਨੂੰ ਭਰਮ ਆਖਿਆ ਗਿਆ ਹੈ। ਇਹਨੂੰ ਅੱਗੇ ਹੋਰ ਖੋਲ੍ਹਦੇ ਹਨ
नरपत एक सिंहासन सोया, सुपने भया भिखारी। अछत राज विचरत दुख पाया, सो गत भई हमारी। एक राजा अपने महलों दे विच अपनी सेजा दे उपर सौ गया। बड़ी गहरी नींद उसनूं आई ते गहरी नींद दे विच उहदा संसार नालों बिल्कुल संबंध टुट गया। इन्नी गहरी नींद आई, बिल्कुल संसार वालों सुन्न हो गया, सुपने की दुनिया में चला गया। सुपने की दुनिया में चला गया, की वेखदा भी पखारी बनिया होया है। नरपत एक सिंहासन सोया, सुपने भया भिखारी। सुपने विच पखारी हो गया है, संसार बिल्कुल भुल गया है। इन्नी गहरी नींद आई ते भिख्या मंगदा है, थां थां जाके कोई भिख्या नहीं देंदा, दुरकार देंदा है। ते ये भी पता है भी मैं पहला राजा हुंदा सी, ये मेरी प्रजा हुंदी सी। उही लोग हुण इहनूं पछाणदे नहीं, इहनूं बुरा भला कहंदे ने। ते इसे तरह जा रहा, इहनूं एक गिद्दड़ी कट लैंदी है, जख्म हो जाता है, कोई वैद इहदे पट्टी करन नूं तैयार नहीं। बड़ा परेशान हुंदा है, भुख लगदी है ते वेखदा कितों प्रशादा नहीं मिलता। एक थां ते लंगर चल रहा हुंदा है, उत्थे जाके लैन विच खड़ जांदा है। वो कहंदे जा भांडा लैके आ, अपना कोई बर्तन लैके आ। तां जदों जाके कितों पत्तल लैके आउंदा, इन्ने चिर नूं लंगर वरत जांदा है, भंडारा वरत जांदा है। वो कहंदे हुण तां वरत गया, थोड़ा बहुता कोई माड़ा मोटा हूंज हांज रह गई, वो पा दिंदे ने। किते दूर बैठ के जाके खान लगदा है, दो झोटे भिड़दे होए आउंदे ने, उन्हां नाल टकराव हो जाता है। वो जिहड़ी कोई माड़ी मोटी मिली सी खिचड़ी, वो भी डुल जाती है। भुख नाल बड़ा व्याकुल होया, दुखी होया, रोन लग जाता है। सुपना खुलदा ते वेखदा कि इन्ना गहरा सुपना असर कर गया कि मैं राजा हाँ कि भिखारी हाँ। असल वस्तु नालों तोड़ दिता है तो राजा सी, पर इन्ना गहरा सुपना आया, उन्हें मन दे विच शंका पैदा कर दी। इसे तरह सत दे नालों होंद दे नालों तोड़ देना। माधवे क्या कही है भ्रम ऐसा, जैसा मानीए होए ना तैसा। नरपत एक सिंहासन सोया, सुपने भया भिखारी। अछत राज विचरत दुख पाया, सो गत भई हमारी। राज दे हुंदियां पखारी बन गया। उही हालत साडी है तां असी राजकुमार राजे हाँ, क्योंकि साडा पिता है वाहिगुरू निरंकार सारियां दा। पर आपां जी रहे हाँ भिखारियां दी तरह, रोंदे होए, कलपदे होए, दुखी होए। कारण सानू भुल गया साडा पिता कित्थे है, अपना राज भाग भुल गया। जिस राज भाग का जिक्र भगत कबीर साहब जी कहते हैं, अब तो जाए चढ़े सिंहासन, मिले है सारंग पानी। राम कबीरा एक भय है, कोई ना सकै पछानी। ते भगत कबीर साहब ये भी कहते हैं, भगवत भीर सख्त सिमरन की कटी, काल भै फासी। दास कमीर चढ़ियो गढ़ ऊपर, राज लियो अविनाशी। अविनाशी राज कहते ले लिया। उस राज दे सारे हकदार ने, सारे मालक ने, पर वो राज एवें नहीं मिलता, उन्होंने भुल चुके हाँ बिल्कुल। आपां सारे उस राज दे हकदार हाँ, उस बादशाही दे, पर कारण की बनिया, भरम विच पै गए। बड़े गहरे माया मोह अविद्या की नींदर विच सौ गए। अपना असली राज भोग जिहड़ा सी
ਜਿਹੜਾ ਬ੍ਰਹਮ ਦੇ ਵਿੱਚ ਲੀਨਤਾ, ਬ੍ਰਹਮ ਗਿਆਨ, ਸਮਾਧੀ ਦੀ ਅਵਸਥਾ ਉਹਨੂੰ ਭੁੱਲ ਗਏ। ਉਹ ਕਿਵੇਂ ਮਿਲੇਗੀ? ਭਗਤ ਕਬੀਰ ਸਾਹਿਬ ਜੀ ਦਾ ਉਹ ਸ਼ਬਦ ਹੈ, ਕਿਉ ਲੀਜੈ ਗੱਡ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ। ਉਹ ਬਹੁਤ ਲੰਮਾ ਸ਼ਬਦ ਹੈ, ਉਹਦੇ ਵਿੱਚ ਉਹਨਾਂ ਨੇ ਬਹੁਤ ਬਰੀਕੀ ਦੇ ਨਾਲ ਉਹ ਸਾਰੀ ਗੱਲ ਕੀਤੀ ਹੈ। ਤੇ ਅਖੀਰ ਵਿੱਚ ਕਹਿੰਦੇ ਨੇ, ਭਗਵਤ ਭੀਰ ਸਕਤ ਸਿਮਰਨ ਕੀ ਕਟੀ ਕਾਲ ਭੈ ਫਾਸੀ। ਭਗਵਤ ਕਹੀਏ ਪਰਮਾਤਮਾ, ਪਰਮਾਤਮਾ ਵਾਹਿਗੁਰੂ ਦੇ ਭਗਤਾਂ ਦੀ ਭੀੜ, ਜਿੱਥੇ ਭਗਤ ਇਕੱਠੇ ਹੋ ਕੇ ਬਹਿੰਦੇ ਨੇ ਬਹੁਤ ਸਾਰੇ, ਉਹਨਾਂ ਦਾ ਓਟ ਆਸਰਾ ਲੈਣਾ ਪਵੇਗਾ, ਗੁਰੂ ਦੀ ਸੰਗਤ ਦਾ ਓਟ ਆਸਰਾ ਲੈਣਾ ਪਵੇਗਾ। ਭਗਵਤ ਭੀਰ ਸਕਤ ਸਿਮਰਨ ਕੀ। ਸਕਤ ਤਲਵਾਰ, ਉਹ ਹਥਿਆਰ ਜਿਹੜਾ ਉਹ ਸਫਾਈ ਨੂੰ ਕੱਟ ਸਕਦਾ ਹੈ, ਭਰਮ ਨੂੰ, ਉਹ ਹੈ ਵਾਹਿਗੁਰੂ ਦੇ ਨਾਮ ਦਾ ਸਿਮਰਨ। ਭਗਵਤ ਭੀਰ ਸਕਤ ਸਿਮਰਨ ਕੀ ਕਟੀ ਕਾਲ ਭੈ ਫਾਸੀ। ਕਾਲ ਦੀ ਫਾਹੀ ਨੂੰ ਕੱਟ ਦੇਵੇਗਾ ਨਾਮ ਦਾ ਸਿਮਰਨ। ਦਾਸ ਕਮੀਰ ਚੜਿਓ ਘਰ ਉੱਪਰ, ਰਾਜ ਲਿਓ ਅਵਨਾਸੀ। ਉਹ ਰਾਜ ਲੈਣਾ ਹੈ, ਪਰ ਉਹ ਉਸ ਤੋਂ ਬੜੇ ਦੂਰ ਜਾ ਚੁੱਕੇ ਹਾਂ, ਕਿਉਂਕਿ ਮਾਇਆ ਮੋਹ ਅਵਿਦਿਆ ਦੀ ਨੀਂਦਰ ਐਸੀ ਹੈ। ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਪਿਆ। ਭਿਖਾਰੀ ਬਿਲਕੁਲ ਸਾਡੀ ਹਾਲਤ ਉਹੀ ਹੈ, ਆਪਾਂ ਸੁੱਤੇ ਪਏ ਹਾਂ, ਸਾਨੂੰ ਲੱਗਦਾ ਅਸੀਂ ਜਾਗਦੇ ਪਏ ਹਾਂ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕਿ ਸੌਣਾ ਕਿੰਨੇ ਪ੍ਰਕਾਰ ਦਾ ਹੁੰਦਾ ਹੈ। ਮਹਾਰਾਜ ਕਹਿੰਦੇ, ਭਾਈ ਜਿਹੜਾ ਸੌਣਾ ਹੈ ਇਹ ਦੋ ਪ੍ਰਕਾਰ ਦਾ ਹੈ। ਇੱਕ ਸੌਣਾ ਹੈ ਸਾਡੇ ਸਰੀਰ ਦਾ, ਸਰੀਰ ਸੌਂ ਗਿਆ, ਇਹਨੇ ਥੱਕ ਕੇ, ਇਹ ਤਾਂ ਸੂਲਾਂ 'ਤੇ ਵੀ ਨੀਂਦਰ ਆ ਜਾਂਦੀ ਹੈ। ਸਰੀਰ ਦਾ ਜਿਹੜਾ ਸੁਭਾਅ ਹੈ, ਕਿੰਨਾ ਵੀ ਮਨੁੱਖ ਦੁਖੀ ਹੋਵੇ, ਕੁਝ ਵੀ ਹੋਵੇ, ਆਖਰ ਇੱਕ ਦਿਨ ਨਾ ਸੋਵੇਗਾ, 2 ਦਿਨ ਨਾ ਸੋਵੇਗਾ, ਆਖਰਕਾਰ ਇਸ ਸਰੀਰ ਦੀਆਂ ਅੱਖਾਂ ਬੰਦ ਹੋਣਗੀਆਂ, ਨੀਂਦਰ ਆਵੇਗੀ। ਇੱਕ ਮਾਇਆ ਮੋਹ ਅਵਿਦਿਆ ਦੀ ਨੀਂਦਰ ਦੇ ਵਿੱਚ ਸੁੱਤਾ ਪਿਆ, ਵਿਕਾਰਾਂ ਦੇ ਵਿੱਚ ਸੁੱਤਾ ਪਿਆ ਹੈ। ਜਿਵੇਂ ਸੁੱਤੇ ਹੋਏ ਮਨੁੱਖ ਦਾ ਸੰਸਾਰ ਨਾਲੋਂ ਸੰਬੰਧ ਟੁੱਟ ਜਾਂਦਾ ਹੈ, ਆਪਣੇ ਪਰਿਵਾਰ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਸੁੱਤਾ ਪਿਆ ਆਪਣੇ ਪਰਿਵਾਰ ਵਿੱਚ, ਨਾ ਹੁਣ ਪਤਾ ਹੈ ਮੇਰੀ ਪਤਨੀ ਹੈ, ਨਾ ਪਤਾ ਹੈ ਮੇਰਾ ਪਿਓ ਹੈ, ਮਾਂ ਹੈ, ਮੇਰੇ ਬੱਚੇ ਨੇ, ਮੇਰਾ ਘਰ ਹੈ, ਮੈਂ ਕਿੰਨੀ ਪ੍ਰਾਪਰਟੀ ਦਾ ਮਾਲਕ ਹਾਂ। ਸੁੱਤੇ ਹੋਏ ਬੰਦੇ ਨੂੰ ਪਤਾ ਹੁੰਦਾ ਕੋਈ? ਇੱਕ ਪੈਸੇ ਦਾ ਵੀ ਨਹੀਂ ਪਤਾ ਹੁੰਦਾ ਵੀ ਇੱਕ ਪੈਸਾ ਵੀ ਕੀ ਹੁੰਦਾ, ਮੈਂ ਉਹਦਾ ਵੀ ਮਾਲਕ ਹਾਂ। ਬਿਲਕੁਲ ਸੰਸਾਰ ਨਾਲੋਂ ਟੁੱਟ ਜਾਂਦਾ ਹੈ। ਸਰੀਰ ਦੀ ਨੀਂਦਰ ਸਾਨੂੰ ਸੰਸਾਰ ਨਾਲੋਂ ਤੋੜ ਦਿੰਦੀ ਹੈ। ਮਾਇਆ ਮੋਹ ਅਵਿਦਿਆ ਦੀ ਵਿਕਾਰਾਂ ਦੀ ਨੀਂਦਰ ਸਾਨੂੰ ਨਿਰੰਕਾਰ ਨਾਲੋਂ ਤੋੜ ਦਿੰਦੀ ਹੈ। ਮਾਇਆ ਦੀ, ਮੋਹ ਦੀ, ਅਵਿਦਿਆ ਦੀ, ਵਿਕਾਰਾਂ ਦੀ ਨੀਂਦਰ ਜਿਹੜੀ ਹੈ ਇਹ ਨਿਰੰਕਾਰ ਨਾਲੋਂ ਤੋੜ ਦਿੰਦੀ ਹੈ। ਸੰਸਾਰ ਫਿਰ ਵੀ ਹੈ, ਭਾਵੇਂ ਬੰਦਾ ਸੁੱਤਾ ਪਿਆ ਹੈ, ਐਸਾ ਨਹੀਂ ਵੀ ਸੰਸਾਰ ਕਿਤੇ ਚਲਾ ਗਿਆ, ਪਰਿਵਾਰ ਕਿਤੇ ਚਲਾ ਗਿਆ, ਪਰ ਉਹਦੇ ਜੀਵਨ ਵਿੱਚ ਨਹੀਂ। ਹੁਣ ਉਹਦਾ ਜੀਵਨ ਚੱਲ ਰਿਹਾ, ਸਵਾਸ ਚੱਲ ਰਹੇ ਨੇ ਸੁੱਤੇ ਪਏ ਬੰਦੇ ਦੇ, ਪਰ ਉਹਦੇ ਵਾਸਤੇ ਹੁਣ ਪਰਿਵਾਰ ਕੁਝ ਨਹੀਂ ਹੈ, ਹੈ ਹੀ ਨਹੀਂ ਪਰਿਵਾਰ, ਸੰਸਾਰ ਹੈ ਹੀ ਨਹੀਂ। ਇਸੇ ਤਰ੍ਹਾਂ ਰੱਬ ਤਾਂ ਹਰ ਇੱਕ ਥਾਂ 'ਤੇ ਹੈ, ਬਲਕਿ ਬੰਦਾ ਆਪਣੇ ਪਰਿਵਾਰ ਵਿੱਚ ਹੀ ਸੁੱਤਾ ਹੁੰਦਾ ਤੇ ਉਹਨੂੰ ਪਤਾ ਨਹੀਂ ਹੁੰਦਾ ਵੀ ਮੇਰਾ ਪਰਿਵਾਰ ਹੈ। ਬੰਦਾ ਹੈ ਤਾਂ ਆਪਾਂ ਨਿਰੰਕਾਰ ਦੇ ਵਿੱਚ ਹੀ, ਰੱਬ ਦੇ ਵਿੱਚ ਹੀ ਹਾਂ, ਪਰ ਆਪਾਂ ਨੂੰ ਨਹੀਂ ਪਤਾ ਆਪਾਂ ਰੱਬ ਦੇ ਵਿੱਚ ਹਾਂ। ਬਿਲਕੁਲ ਸਾਨੂੰ ਤੋੜ ਦਿੱਤਾ ਮਾਇਆ ਮੋਹ ਅਵਿਦਿਆ ਦੀ ਨੀਂਦਰ ਨੇ। ਹੁਣ ਉਹ ਮਹਾਰਾਜ ਨੀਂਦ ਦਾ ਜ਼ਿਕਰ ਕਰਦੇ ਨੇ। ਜਦੋਂ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਕਹਿੰਦੇ ਇੱਕ ਤਾਂ ਸਰੀਰ ਦੀ ਨੀਂਦਰ ਹੈ, ਸੰਸਾਰ ਨਾਲੋਂ ਤੋੜ ਦਿੰਦੀ ਹੈ। ਇੱਕ ਮਾਇਆ ਦੀ, ਮੋਹ ਦੀ, ਅਵਿਦਿਆ ਦੀ ਨੀਂਦਰ ਨਿਰੰਕਾਰ ਨਾਲੋਂ ਤੋੜ ਦਿੰਦੀ ਹੈ। ਉਹ ਮਹਾਰਾਜ ਕਹਿੰਦੇ ਸਰਵਣ ਸੋਏ ਸੁਣ ਨਿੰਦ ਵਿਚਾਰ। ਮਹਾਰਾਜ ਕਹਿੰਦੇ ਤੇਰੇ ਕੰਨ ਸੁੱਤੇ ਪਏ ਨੇ, ਨਿੰਦਿਆ ਸੁਣਨ ਦੇ ਵਿੱਚ ਲੱਗੇ ਹੋਏ ਨੇ। ਨਿੰਦਿਆ ਦੀ ਨੀਂਦ ਆਉਂਦੀ ਕੰਨਾਂ ਨੂੰ,
नैनो नींद पर दृष्ट विकार सरवण सोए सुन निंद विचार। साड़ियाँ ਜਿਹੜੀਆਂ ਅੱਖਾਂ ਨੇ ਇਹਨਾਂ ਦੇ ਵਿੱਚ ਵਕਾਰ ਦੀ ਨੀਂਦਰ ਆਈ ਹੋਈ ਹੈ। ਵਕਾਰ ਨਾਲ ਵੇਖਦੀਆਂ ਨੇ ਸੰਸਾਰ ਨੂੰ, ਸੰਸਾਰ ਦੇ ਰੂਪ ਨੂੰ, ਪਦਾਰਥ ਨੂੰ, ਕਿਸੇ ਦੀ ਪ੍ਰੋਪਰਟੀ ਨੂੰ। ਇਹ ਅੱਖਾਂ ਦੀ ਨੀਂਦਰ ਹੈ। ਸਰਵਣ ਕੰਨ ਨਿੰਦਿਆ ਦੀ ਨੀਂਦ ਵੀ ਸੁੱਤੇ ਪਏ ਨੇ। ਰਸਨਾ ਸੋਈ ਲੋਭ ਮਿੱਠਾ ਸਾਧ। ਜਿਹੜੀ ਰਸਨਾ ਹੈ ਉਹ ਮਿੱਠੇ ਮਿੱਠੇ ਪਦਾਰਥਾਂ ਦੇ ਸਵਾਦ ਲੈਣ ਵਿੱਚ, ਵਾ ਨਿੰਦਿਆ ਚੁਗਲੀ ਦਾ ਸਵਾਦ ਲੈਣ ਦੇ ਵਿੱਚ, ਪਦਾਰਥਾਂ ਨੂੰ ਛਕਣ ਵਿੱਚ, ਇਤਿਆਦਿਕ ਇਹਨਾਂ ਵਿੱਚ ਗਿੱਝ ਗਈ ਹੈ। ਨਾਮ ਦਾ ਸਵਾਦ ਭੁੱਲ ਗਈ ਹੈ। ਇਹ ਮਨ ਸੋਇਆ ਮਾਇਆ ਬਿਸਮਾਦ। ਮਨ ਸੁੱਤਾ ਪਿਆ ਮਾਇਆ ਦੇ ਬਿਸਮਾਦ ਵਿੱਚ। ਮਾਇਆ ਦੇ ਕੌਤਕ ਵੇਖ ਵੇਖ ਕੇ ਸੰਸਾਰ ਦੇ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹੈ। ਕੋਈ ਜਾਗ ਜਾਵੇ ਸਰੀਰ ਰੂਪੀ ਇਸ ਘਰ ਦੇ ਵਿੱਚ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ। ਹੁਣ ਜਾਗੇਗਾ ਕਿਵੇਂ? ਬਹੁਤ ਗਹਿਰੀ ਨੀਂਦ ਵਿੱਚ ਸੁੱਤਾ ਹੋਵੇ ਤੇ ਆਪਾਂ ਆਵਾਜ਼ ਮਾਰਦੇ ਹਾਂ, ਬਈ ਉੱਠ, ਕੰਮ ਦਾ ਟਾਈਮ ਹੋ ਗਿਆ, ਤੂੰ ਸਕੂਲ ਜਾਣਾ, ਕੰਮ ਤੇ ਜਾਣਾ, ਨੌਕਰੀ ਜਾਣਾ, ਕਿਤੇ ਵੀ ਜਾਣਾ ਹੈ। ਘਰ ਵਾਲੇ ਆਵਾਜ਼ ਮਾਰਦੇ ਨੇ ਨਾ। ਪਰ ਫਿਰ ਵੀ ਜੇਕਰ ਉਹ ਢੀਠ ਹੋ ਕੇ ਪਿਆ ਰਹੇ ਤੇ ਆਪਣੇ ਕੰਮ ਤੋਂ ਖੁੰਝ ਜਾਵੇਗਾ। ਗੁਰਬਾਣੀ ਸਾਨੂੰ ਆਵਾਜ਼ ਮਾਰਦੀ ਹੈ, ਉੱਠ ਬਈ, ਇਹ ਨਾਮ ਜਪਣ ਦਾ ਸਮਾਂ। ਇਹ ਮਨੁੱਖਾਂ ਦੇ ਹੀ ਸੌਣ ਵਾਸਤੇ ਨਹੀਂ ਮਿਲੀ। ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਗੁਰਬਾਣੀ ਆਪਾਂ ਨੂੰ ਰੋਜ਼ ਆਵਾਜ਼ ਮਾਰਦੀ ਹੈ। ਹਾਂ, ਜੇ ਆਪਾਂ ਢੀਠ ਹੋ ਕੇ ਨਾ ਪਏ ਰਹਾਂਗੇ, ਨਾਮ ਨਾ ਜਪਾਂਗੇ, ਫਿਰ ਆਪਣੇ ਕੰਮ ਨੂੰ ਆਪ ਹੀ ਖਰਾਬ ਕਰ ਲਵਾਂਗੇ। ਭੂਲ ਵਿਗਾੜਿਓ ਆਪਣਾ ਕਾਜ ਆਪ ਹੀ ਭੁੱਲ ਕੇ ਵਿਗਾੜ ਲਿਆ। ਤੋ ਭਰਮ ਦੀ ਡੈਫੀਨੇਸ਼ਨ ਭਗਤ ਰਵਿਦਾਸ ਜੀ ਆਪਣੇ ਸ਼ਬਦ ਵਿੱਚ ਬਾਣੀ ਵਿੱਚ ਦੱਸਦੇ ਨੇ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਿਆ ਭਿਖਾਰੀ, ਅਛਤ ਰਾਜ ਵਿਚਰ ਦੁਖ ਪਾਇਆ, ਸੋ ਗਤ ਭਈ ਹਮਾਰੀ। ਰਾਜ ਭੁਯੰਗ ਪ੍ਰਸੰਗ ਜੈਸੇ ਹੈ, ਅਵਕਸ਼ ਮਰਮ ਜਨਾਇਆ। ਅਨ ਕਟਕ ਜੈਸੇ ਭੂਲ ਪਰੇ, ਅਵ ਕਹਤੇ ਕਹਿਣ ਨਾ ਆਇਆ। ਰਾਜ ਭੁਯੰਗ, ਰਾਜ ਨਾਮ ਇੱਥੇ ਰਾਜਿਆਂ ਵਾਲਾ ਨਹੀਂ, ਇੱਥੇ ਰਾਜ ਦਾ ਅਰਥ ਹੈ ਰੱਸਾ। ਰੱਜੂ ਤੋਂ ਬਣਿਆ ਸ਼ਬਦ ਹੈ ਰਾਜ, ਭਾਵ ਰੱਜੂ ਰੱਸਾ। ਭਰਮ ਕਿਹਨੂੰ ਕਹਿੰਦੇ ਨੇ? ਜੋ ਸਾਨੂੰ ਤਤ ਵਸਤੂ ਤੋਂ ਪਰਾਂ ਕਰ ਦੇਵੇ, ਤਤ ਵਸਤੂ ਦਾ ਕੁਝ ਹੋਰ ਹੀ ਕਰਕੇ ਵਿਖਾ ਦੇਵੇ। ਹਨੇਰੇ ਕਰਕੇ ਰੱਸਾ ਲਮਕਦਾ ਹੋਵੇ ਤੇ ਉਹ ਇੱਦਾਂ ਲੱਗਦਾ ਜਿਵੇਂ ਸੱਪ ਲਮਕ ਰਿਹਾ ਹੈ। ਹਨੇਰੇ ਕਰਕੇ। ਭਰਮ ਦਾ ਹਨੇਰਾ ਜਿਸ ਮਨੁੱਖ ਦੇ ਜੀਵਨ ਵਿੱਚ ਹੋਵੇ, ਉਹ ਵੀ ਤਤ ਵਸਤੂ ਨੂੰ ਨਹੀਂ ਜਾਣ ਸਕਦਾ, ਅਸਲ ਗਿਆਨ ਨੂੰ ਨਹੀਂ ਜਾਣ ਸਕਦਾ। ਹਨੇਰਾ ਹੋਣ ਕਰਕੇ ਜਿਵੇਂ ਰੱਸਾ ਸੱਪ ਲੱਗਣ ਲੱਗ ਪਿਆ, ਇਸੇ ਤਰ੍ਹਾਂ ਭਰਮ ਹੋਣ ਕਰਕੇ ਮਨੁੱਖ ਨੂੰ, ਭਰਮ ਦਾ ਹਨੇਰਾ ਹੋਣ ਕਰਕੇ ਇਹਨੂੰ ਜਿਹੜਾ ਪਰਮਾਤਮਾ ਦੇ ਘਰ ਦਾ ਗਿਆਨ ਸੀ ਉਹ ਐਵੇਂ ਹੀ ਲੱਗਣ ਲੱਗ ਪਿਆ। ਤਤ ਵਸਤੂ ਤੋਂ ਦੂਰ ਹੋ ਗਿਆ, ਕੁਝ ਹੋਰ ਹੀ ਸਮਝਣ ਲੱਗ ਪਿਆ। ਗੁਰਬਾਣੀ ਪੜ੍ਹਨੀ ਲੋਕਾਂ ਨੂੰ, ਕਈਆਂ ਨੂੰ ਫਾਲਤੂ ਦਾ ਕੰਮ ਲੱਗਦਾ ਹੈ, ਕਿਉਂਕਿ ਤਤ ਵਸਤੂ ਤੋਂ ਦੂਰ ਹੋ ਗਏ ਨਾ, ਤੇ ਉਹ ਆਦਿ ਨਹੀਂ ਤਾਂ ਐਵੇਂ ਹੀ ਹੈ। ਕਿਉਂਕਿ ਤਤ ਵਸਤੂ ਦਾ ਗਿਆਨ ਨਹੀਂ ਰਹਿ ਗਿਆ। ਜਿੰਨਾ ਜ਼ੋਰ ਆਪਾਂ ਦੁਨਿਆਵੀ ਪੜ੍ਹਾਈ 'ਤੇ ਲਾਉਂਦੇ ਹਾਂ ਆਪਣੇ ਬੱਚਿਆਂ ਦਾ, ਇੰਨਾ ਕਦੇ ਗੁਰਮਤਿ ਵਾਸਤੇ ਲਾਇਆ ਹੈ? ਕਿਉਂਕਿ ਸਾਨੂੰ ਤਤ ਵਸਤੂ ਦਾ ਗਿਆਨ ਨਹੀਂ ਹੈ। ਪਹਿਲਾਂ ਇਹ ਹੁੰਦਾ ਸੀ ਵੀ ਮਨੁੱਖ ਨੂੰ, ਆਪਣੇ ਬੱਚੇ ਨੂੰ ਧਰਮ ਦਾ ਗਿਆਨ ਦਿੰਦੇ ਸੀ, ਦੁਨਿਆਵੀ ਵਿੱਦਿਆ ਬਾਅਦ ਵਿੱਚ। ਪਰ ਅੱਜ ਕੀ ਹੈ, ਕਹਿੰਦੇ ਧਰਮ ਦਾ ਗਿਆਨ ਤਾਂ ਰਹਿਣ ਹੀ ਦੇਵੋ, ਸਾਨੂੰ ਦੁਨਿਆਵੀ ਵਿੱਦਿਆ ਜ਼ਰੂਰੀ ਹੈ। ਇਹਨੂੰ ਕਹਿੰਦੇ ਭਰਮ ਪੈ ਗਿਆ, ਭਰਮ।
क्योंकि तत्त वस्तु नूं समझिया नहीं, होर पासे तुर पे। संसारिक विद्या माड़ी नहीं है, पर रूहानीयत विद्या लाजमी है। जिन्हां दे कोल धर्म की विद्या नहीं, उन्हां दे बच्चिआं नूं तुसीं, वो बच्चे कदे अपने माँ प्यो नूं छेती सुख नहीं देंदे। जिन्हां बच्चों के कोल धर्म की विद्या हुंदी है, वो अपने माँ प्यो के आग्याकारी रहिंदे ने। कदे भी वेख लो दे संसार दे विच जिन्हां बच्चों के कोल धर्म की विद्या बिल्कुल नहीं रही जमा ही, वो फिर माँ प्यो नूं भी पछाणदे नहीं हैं, कदर नहीं करते। क्योंकि संसार की विद्या का रूप ही यही है, उन्हां दा कसूर नहीं है। वो विद्या ही ऐसी, संसार की विद्या ही ऐसी है, वो सानू हर एक चीज़ नालों तोड़ देंदी, स्वार्थ खड़ा कर देंदी है। धर्म की विद्या सानू जोड़दी है संसार नाल, अपने परिवार नाल। धर्म की विद्या वाले तुसीं वेखो, जिथे जिथे भी किते लंगर लगते ने, वो संसारिक विद्या वाले नहीं लाते, वो धर्म की विद्या वाले लाते ने। भावें वो किसी धर्म के भी होण, जिथे कोई महामारी फैल गई, कुछ हो गया, वो जिन्हां दे अंदर कोई धर्म का अंश है, वो कहते नहीं भी इत्थे दुनिया दुख पा रही, भोग रही है, आपां इन्हां दा भला करिए। संसारिक विद्या वाला कि मैं तो अपना नुकसान क्यों करा। तो इस करके सतगुरु पातशाह जी कहते भरम करके, ये भरम जिहड़ा है इस तरह जीव नूं तत्त नालों तोड़ दिंदा है। मनुख ने संसारिक विद्या नूं ही सारा कुछ समझ लिया भी ये संसारिक विद्या ही सारा कुछ है, और इस करके जिहड़ी असल चीज़ उस तों डरदे ने। जिवें हनेरे विच रस्से तो डरी गए, वो लगा भी सप है, इस तरह लोग धर्म तो डरदे ने। कहंदे केस रखण दी की लोड़ है, अमृत छकण दी की लोड़ है। ये तो गुरमुखो जदों हनेरा हटिया ना, चानण होया, फिर पता लगना है। ये शब्द दे अगे महाराज ने वचन कीते ने कि मनुख उदों जदों पता लगता है, चानण हुंदा, उदों समा लंघ चुका हुंदा है। कहो कबीर तब ही नर जागै, जम का डंड मूंड में लागै। जदों जम डंडा मारदा फिर जागदा, फिर पता लगता है ये दुनियावी विद्या तो मेरी किसी काम नहीं है। क्योंकि इहने तो अगे काम साथ देना नहीं, अगे तो साथ देना सी परमात्मा की ब्रह्म विद्या ने, नाम ने, तो वो असी कीता नहीं कारज। भगत रविदास जी कहते राज भुजंग प्रसंग जैसे है, अब कछ मर्म जनाया। अनग कटक जैसे भूल परे, अब कहते कहन न आया। कटक नाम गहणिया का है, जिमें सोने के गहने बने होंगे ने ना किन्ने तरह के, तो कोई उन्होंने मुंदी कहता, कोई हार कहता, कोई कुछ कहता है, पर असल विच है तो सोना ही। भरम करके कहता वो चीज़ है, वो चीज़ है। इस तरह मनुख के अंदर भरम पै गया, तो धर्म की दुनिया में भी इन्हें वंडियां पातियां, ये फलाने धर्म के ने, फलाने ने, वो माड़े ने, वो चंगे ने। भगत रविदास जी कहते भलिया वेख है तो सारे ही सोना ने ना गहने, भावें कोई छोटा गहने का रूप है, भावें कोई गहना वड्डा है, तो सारा सोना ही। इस तरह सारे जीव ही ब्रह्म रूपी सोने तो बने हुए ने, वाहिगुरू तो बने हुए ने। अवल अल्लाह नूर पाया, कुदरत के सब बंदे। पर भरम करके मनुख वखरा वखरा समझन लग पिया, वो वख है, वो वख है, वो होर ने, वो होर ने। अनक कटक जैसे भूल परे, अब कहते कहन न आया। सर्वे एक अनेकै स्वामी, सब घट भोगवै। सोई कह रविदास हाथ पै नेरै, सहजे होए सो होई। हुण भरम की है, पादोए भरम भुलाणियां। भरम जो सानू तत्त वस्तु तो परां लै जावे, ਉਹਨੂੰ ਭਰਮ ਆਖਿਆ ਗਿਆ ਹੈ। ਮਹਾਰਾਜ ਕਹਿੰਦੇ ਜਿਹੜਾ ਭਾਦਰੋਂ ਦਾ ਮਹੀਨਾ ਇਹ ਭਰਮ ਵਾਲਾ ਹੈ। ਇਹਦੇ ਵਿੱਚ ਵੇਖੋ ਮੀਂਹ ਚੜ੍ਹ ਕੇ ਆਉਂਦਾ, ਇੱਕੋ ਛਿਨ ਵਿੱਚ ਥੋੜ੍ਹੇ ਸਮੇਂ ਬਾਅਦ ਹੀ ਗਰਮੀ ਵੀ ਪੈਣ ਲੱਗ ਜਾਂਦੀ ਹੈ। ਇਹ ਦੋ ਰੂਪਾਂ ਵਾਲਾ ਹੈ, ਦੋਵਾਂ ਭਾਵਾਂ ਨਾਲ ਚੱਲਣ ਵਾਲਾ ਹੈ।
ਦੋਵਾਂ ਭਾਵਾਂ ਵਿੱਚ ਚੱਲ ਕੇ ਮਨੁੱਖ ਕਦੇ ਸੁੱਖ ਨਹੀਂ ਹੁੰਦਾ। ਕਿਸੇ ਨੇ ਸ਼ਹਿਰ ਜਾਣਾ ਹੈ, ਕਦੇ ਉਸ ਸ਼ਹਿਰ ਵੱਲ 10 ਕਦਮ ਅੱਗੇ ਜਾਵੇ, ਕਦੇ 10 ਕਦਮ ਪਿੱਛੇ ਆ ਜਾਵੇ, ਕੀ ਉਹ ਮਨੁੱਖ ਕਿਤੇ ਪਹੁੰਚੇਗਾ? ਜਿਹੜਾ ਦੋ ਪਾਸੇ ਚੱਲਦਾ ਹੈ ਉਹ ਕਦੇ ਕਾਮਯਾਬ ਨਹੀਂ ਹੁੰਦਾ। ਭਾ ਦੋਵੇਂ ਪਾਸੇ ਭਾਰੇ ਨੇ ਨੂੰ ਸੰਸਾਰ ਦੇ ਰੰਗ ਤਮਾਸ਼ੇ ਵੀ ਮਾਣਨਾ ਚਾਹੁੰਦਾ ਹੈ ਔਰ ਅਗੰਮ ਦੀ ਸਮਾਧੀ ਨੂੰ ਵੀ ਜਾਣਨਾ ਚਾਹੁੰਦਾ ਹੈ, ਕਦੇ ਨਹੀਂ ਹੋਵੇਗਾ। ਭਾ ਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ। ਸਤਿਗੁਰੂ ਪਾਤਸ਼ਾਹ ਇੱਥੇ ਜਿਹੜਾ ਅਲੰਕਾਰ ਵਰਤਿਆ ਹੈ ਉਹ ਰੂਪਕ ਅਲੰਕਾਰ ਦੇ ਦੁਆਰਾ ਇਸਤਰੀ ਦਾ ਪ੍ਰਮਾਣ ਵਰਤਿਆ ਮਹਾਰਾਜ ਨੇ। ਗੁਰਬਾਣੀ ਵਿੱਚ ਇੱਕ ਗੱਲ ਨੋਟ ਕਰੋ, ਜੇ ਇਸਤਰੀ ਦਾ ਪ੍ਰਮਾਣ ਬਹੁਤ ਵਰਤਿਆ ਗਿਆ ਹੈ। ਜਿੰਨੇ ਵੀ ਜੀਵ ਨੇ ਅਸੀਂ ਸਾਰੇ ਇਸਤਰੀ ਰੂਪ ਹਾਂ। ਪਰਮਾਤਮਾ ਸਾਡਾ ਪਤੀ ਰੂਪ ਹੈ। ਉਹਨੂੰ ਪ੍ਰਾਪਤ ਕਰਨ ਵਾਸਤੇ ਮਹਾਰਾਜ ਕਹਿੰਦੇ ਜਿਵੇਂ ਦੁਨਿਆਵੀ ਇੱਕ ਇਸਤਰੀ ਉਹ ਜੇਕਰ ਆਪਣੇ ਪਤੀ ਨੂੰ ਛੱਡ ਕੇ ਦੂਸਰੇ ਵਿੱਚ ਹਿਤ ਕਰਨ ਲੱਗ ਜਾਵੇ ਤੇ ਉਹ ਖੁਆਰ ਹੋਵੇਗੀ। ਖਸਮ ਛੋੜ ਦੂਜੈ ਲੱਗੇ, ਡੂਬੇ ਸੇ ਵਣਜਾਰਿਆ। ਪਤੀ ਵਰਤਾ ਇਸਤਰੀ ਉਹਦੇ ਪਤੀ ਦਾ ਘਰ ਭਾਵੇਂ ਕੱਖਾਂ ਦੀ ਕੁੱਲੀ ਵੀ ਹੈ, ਪਰ ਉਹ ਆਪਣੇ ਧਰਮ ਦੇ ਵਿੱਚ ਪਰਪੱਕ ਰਹੀ। ਤੇ ਜਦੋਂ ਉਹਦੀ ਉਮਰ ਬਤੀਤ ਹੋਈ ਤੇ ਉਹ ਜਦੋਂ ਸਰੀਰ ਛੱਡਿਆ, ਉਹਦੀ ਮੌਤ ਹੋਈ, ਸਾਰੇ ਨਗਰਾਂ ਦੇ ਆਸੇ ਪਾਸੇ ਦੇ ਲੋਕ ਇਕੱਠੇ ਹੋਏ ਤੇ ਉਹਦੀ ਸਿਫਤ ਕਰਦੇ ਨੇ। ਉਹ ਕਹਿੰਦੇ ਵੇਖੋ ਬਈ ਭਾਵੇਂ ਇਹਦਾ ਪਤੀ ਦਾ ਘਰ ਛੋਟਾ ਸੀ, ਕੱਖਾਂ ਦੀ ਕੁੱਲੀ, ਇਹਨੇ ਗਰੀਬੀ ਕੱਟੀ, ਪਰ ਇਹ ਸੁਹਾਗਣ ਹੈ, ਇਹ ਪਤੀ ਵਰਤਾ ਇਸਤਰੀ ਹੈ। ਉਹਦਾ ਜਸ ਕਰਦੇ ਨੇ ਸਾਰੇ ਸੰਸਾਰ ਦੇ ਲੋਕ। ਪੇਕੇ ਘਰ ਵਿੱਚ ਵੀ ਉਹਦਾ ਜਸ ਹੁੰਦਾ ਹੈ, ਸਹੁਰੇ ਘਰ ਦੇ ਵਿੱਚ ਵੀ। ਪਰ ਜਿਹਨੇ ਪਦਾਰਥ ਦੀ ਖਾਤਰ ਕਿਹਾ ਮੈਂ ਇਸ ਪਤੀ ਦੇ ਘਰ ਗਰੀਬੀ ਨਹੀਂ ਕੱਟਣੀ, ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਨੇ ਲਾ ਲਿਆ, ਉਹ ਵੀ ਜਦੋਂ ਮਰਦੀ ਜੀਵਦੀ ਨੂੰ ਵੀ ਲਾਹਨਤਾਂ ਪਈਆਂ ਤੇ ਮਰਨ ਤੋਂ ਬਾਅਦ ਵੀ ਲੋਕਾਂ ਨੇ ਆਖਿਆ ਇਹ ਤੇ ਮਾੜੇ ਲੱਛਣਾਂ ਵਾਲੀ ਸੀ। ਸਾ ਕੁਲੱਖਣੀ ਕੁਨਾਰ ਬਾਣੀ ਵਿੱਚ ਲਿਖ ਦਿੱਤਾ ਮਹਾਰਾਜ ਨੇ। ਸੁਹਾਗਣ ਦੀ ਹੀ ਸ਼ੋਭਾ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਜੀਵ ਰੱਬ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕਰਨ ਲੱਗ ਗਿਆ, ਕਦੇ ਕਿਸੇ ਦੀ ਪੂਜਾ ਦੁਨੀਆਂ ਦੇ ਵਿੱਚ ਦੁੱਖ ਸੁੱਖ ਆਉਣਾ ਹੀ ਹੈ, ਭਾਵੇਂ ਤੁਸੀਂ ਕਿਸੇ ਦੀ ਪੂਜਾ ਕਰ ਲਵੋ, ਕਿਉਂਕਿ ਇਹ ਜੀਵਨ ਦਾ ਨੇਮ ਹੈ। ਦਿਨ ਤੇ ਰਾਤ ਦਾ ਇਹ ਨੇਮ ਬਣਿਆ ਹੋਇਆ ਹੈ। ਜੇ ਤੁਸੀਂ ਸੋਚੋ ਵੀ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਕਰਕੇ ਤੁਹਾਨੂੰ ਕਦੇ ਤਾਪ ਨਹੀਂ ਚੜ੍ਹੇਗਾ, ਕਦੇ ਦੁੱਖ ਨਹੀਂ ਆਏ, ਭੁਲੇਖਾ ਕੱਢ ਦੋ। ਕਿਉਂਕਿ ਮਹਾਰਾਜ ਬਾਣੀ ਵਿੱਚ ਕਹਿੰਦੇ ਦੁੱਖ ਸੁੱਖ ਦੋਏ ਦਰ ਕੱਪੜੇ, ਪੈ ਰਹਿ ਜਾਏ ਮਨੁੱਖ। ਸਰਦੀ ਵਾਲੇ ਕੱਪੜੇ ਨੇ, ਗਰਮੀ ਵਾਲੇ ਕੱਪੜੇ ਨੇ, ਦੁੱਖ ਸੁੱਖੇ ਤੇ ਆਉਂਦਾ ਰਹਿੰਦਾ ਹੈ। ਗੁਰਮੁਖ ਨਾਮ ਵਿੱਚ ਰਹਿੰਦਾ ਹੈ, ਇਸ ਕਰਕੇ ਉਹਨੂੰ ਦੁੱਖ ਸੁੱਖ ਤੋਂ ਉੱਪਰ ਚਲਾ ਜਾਂਦਾ ਹੈ। ਹੁੰਦਾ ਦੁੱਖ ਦੁਨੀਆ ਵਿੱਚ ਹੋਈ ਜਾਵੇ, ਹੁੰਦਾ ਸੁੱਖ ਹੋਈ ਜਾਵੇ, ਉਹ ਇਸ ਚੀਜ਼ ਤੋਂ ਪਰੇ ਹੁੰਦਾ ਹੈ। ਹੁੰਦੀ ਗਰਮੀ ਹੋਈ ਜਾਵੇ, ਜਿਹੜਾ ਆਪਣੇ ਘਰ ਦੇ ਵਿੱਚ ਧਨ ਦੌਲਤ ਕਮਾਈ ਹੈ, ਨਾਮ ਜਪਿਆ ਹੈ, ਜਿਹਨੇ ਜਿਵੇਂ ਦੁਨਿਆਵੀ ਤੌਰ 'ਤੇ ਧਨ ਕਮਾਇਆ ਹੋਵੇ, ਉਹਦੇ ਵਾਸਤੇ ਗਰਮੀ ਕਾਹਦੀ? ਕਿਉਂਕਿ ਉਹਨੇ ਆਪਣੇ ਘਰ ਏਸੀ ਲਾਇਆ ਹੈ, ਉਹਦੀ ਗੱਡੀ ਵਿੱਚ ਵੀ ਏਸੀ ਲੱਗਾ ਹੈ, ਉਹਦੇ ਦਫ਼ਤਰ ਵਿੱਚ ਵੀ ਏਸੀ ਲੱਗਾ ਹੈ। ਸਰਦੀ ਹੈ, ਉਹਦੇ ਕੋਲ ਵਧੀਆ ਗਰਮ ਕੱਪੜੇ ਪਾਉਣ ਵਾਲੇ। ਦੁੱਖ ਸੁੱਖ ਸੰਸਾਰ ਵਿੱਚ ਰਹੇਗਾ ਹੀ ਰਹੇਗਾ। ਪਰ ਜਿਹਦੇ ਕੋਲ ਨਾਮ ਦਾ ਧਨ ਹੈ, ਉਹ ਰਹਿੰਦਾ ਹੋਇਆ ਸੰਸਾਰ ਵਿੱਚ। ਜਿਸ ਸਮੇਂ ਗਰਮੀ ਪੈ ਰਹੀ ਹੁੰਦੀ, ਜਿਹੜਾ ਅਮੀਰ ਬੰਦਾ ਉਹ ਗਰਮੀ ਵਾਲੇ ਥਾਂ 'ਤੇ ਵਿਚਰਦਾ ਹੁੰਦਾ, ਪਰ ਉਹਨੂੰ ਗਰਮੀ ਨਹੀਂ ਲੱਗਦੀ। ਕਿਉਂ ਨਹੀਂ ਲੱਗਦੀ? ਕਿਉਂਕਿ ਏਸੀ ਗੱਡੀ ਵਿੱਚ ਬੈਠਾ ਹੋਇਆ ਹੈ। ਜਿਸ ਸ਼ਹਿਰ ਵਿੱਚ ਆਪਾਂ ਰਹਿ ਰਹੇ ਹਾਂ, ਗਰਮੀ ਇੱਥੇ ਵੀ ਪੈ ਰਹੀ ਹੈ, ਪਰ ਜਿਨ੍ਹਾਂ ਦੀਆਂ ਕੋਠੀਆਂ ਵਿੱਚ ਹੀ ਏਸੀ ਲੱਗੇ ਨੇ ਉਹਨਾਂ ਨੂੰ ਗਰਮੀ ਨਹੀਂ ਲੱਗਦੀ। ਇਸੇ ਤਰ੍ਹਾਂ ਗੁਰਮੁਖੋ ਦੁੱਖ ਸਾਰੇ ਸੰਸਾਰ ਵਿੱਚ ਹੈ, ਪਰ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਬੰਦਗੀ ਆ ਜਾਂਦੀ ਹੈ, ਉੱਥੇ ਦੁੱਖ ਨਹੀਂ ਵਿਆਪਦਾ। ਹੁੰਦਾ ਹੈ ਦੁੱਖ ਸਾਰੇ ਪਾਸੇ ਹੀ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦਾ ਨਾਮ ਜਪੋ।
ਜਿਨ੍ਹਾਂ ਨੇ ਆਪਣੇ ਪਤੀ ਨੂੰ ਛੱਡ ਕੇ ਦੂਜੇ ਪਾਸੇ ਨੇ ਲਾ ਲਿਆ, ਉਹ ਖੁਆਰ ਹੁੰਦੇ ਨੇ, ਭਰਮ ਕਰਕੇ ਭੁੱਲ ਗਏ ਵੀ ਮੈਨੂੰ ਉੱਥੇ ਸੁੱਖ ਮਿਲ ਜਾਵੇਗਾ। ਸੰਸਾਰ ਵਿੱਚ ਕਿਤੇ ਵੀ ਚਲੇ ਜਾਓ, ਸਾਰੇ ਕੰਮਾਂ ਵਿੱਚ ਦੁੱਖ ਵੀ ਨੇ, ਸੁੱਖ ਵੀ ਨੇ, ਰੁਕਾਵਟਾਂ ਵੀ ਨੇ, ਵਿਘਨ ਵੀ ਪੈਂਦੇ ਨੇ। ਹਰ ਇੱਕ ਪਾਸੇ ਸਾਰਾ ਕੁਝ ਝੰਬੇਲੇ ਇਹੀ ਨੇ। ਕਈ ਵਾਰ ਆਪਾਂ ਵੇਖਦੇ ਹਾਂ ਵੀ ਆਪਾਂ ਸੋਚਦੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ ਨਾ ਉੱਥੇ ਵੀ ਬੰਦੇ ਬਹੁਤ ਵਧੀਆ ਨੇ, ਕਹਿੰਦੇ ਉੱਥੇ ਕਮੇਟੀਆਂ ਗੁਰਦੁਆਰੇ ਝਗੜੇ ਤਾਂ ਉੱਥੇ ਵੀ ਹੁੰਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ। ਹਾਲਾਂਕਿ ਉੱਥੇ ਬੜੇ ਐਜੂਕੇਟਡ ਲੋਕ ਨੇ, ਬੜੇ ਪੜ੍ਹੇ ਲਿਖੇ ਨੇ, ਬੜਾ ਧਨ ਵੀ ਉਹਨਾਂ ਦੇ ਕੋਲ, ਅਤੇ ਬਾਹਰਲੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ, ਮੰਦਰਾਂ ਦੀਆਂ ਝਗੜੇ ਤਾਂ ਉੱਥੇ ਵੀ ਸੁਣੀਦੇ ਨੇ। ਕਾਰਨ ਜਿੱਥੇ ਮਰਜ਼ੀ ਚਲੇ ਜਾਓ ਇਹ ਝਮੇਲੇ ਰਹਿਣੇ ਹੀ ਰਹਿਣੇ ਨੇ। ਹਾਂ, ਉਹ ਬੰਦਾ ਝਮੇਲਿਆਂ ਤੋਂ ਬਚ ਜਾਵੇਗਾ ਜਿਹਨੇ ਨਾਮ ਜਪ ਲਿਆ, ਭਾਵੇਂ ਇੱਥੇ ਰਵੇ ਅਤੇ ਭਾਵੇਂ ਬਾਹਰ ਚਲਾ ਜਾਵੇ, ਜਿੱਥੇ ਮਰਜ਼ੀ ਚਲਾ ਜਾਵੇ। ਜਿਹਨੇ ਆਪਣੇ ਮਨ ਨੂੰ ਸਮਝਾ ਲਿਆ ਵੀ ਮੈਂ ਇਸ ਚੀਜ਼ 'ਚ ਨਹੀਂ ਪੈਣਾ, ਮੈਂ ਤਾਂ ਬੰਦਗੀ ਕਰਨੀ ਹੈ, ਉਹੀ ਬਚੇਗਾ। ਨਹੀਂ ਤਾਂ ਜਿੱਥੇ ਮਰਜ਼ੀ ਚਲੇ ਜਾਓ ਇਹ ਸਾਰਾ ਕੁਝ, ਮੀਂਹ ਇੱਥੇ ਵੀ ਪੈਂਦਾ, ਮੀਂਹ ਬਾਹਰਲੇ ਮੁਲਕਾਂ ਵਿੱਚ ਵੀ ਪੈਂਦਾ, ਕਣਕ ਸਾਰਾ ਫਸਲਾਂ ਇੱਥੇ ਵੀ ਹੁੰਦੀਆਂ ਨੇ, ਉੱਧਰ ਵੀ ਹੁੰਦੀਆਂ ਨੇ। ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਹੈ। ਹਾਂ, ਜਿਹਨੇ ਆਪਣੇ ਜੀਵਨ ਨੂੰ ਕਮਾ ਲਿਆ ਉਹੀ ਜੀਵਨ ਵਿੱਚ ਆਨੰਦਿਤ ਹੁੰਦਾ ਹੈ। ਮਹਾਰਾਜ ਕਹਿੰਦੇ ਭਰਮ ਪੈ ਗਿਆ ਵੀ ਮੈਨੂੰ ਦੂਜਾ ਸੁੱਖ ਜ਼ਿਆਦਾ ਦੇਵੇਗਾ, ਆਪਣੇ ਮਾਲਕ ਨੂੰ ਛੱਡ ਕੇ ਦੂਜੇ ਵਿੱਚ ਹੇਤ ਲਾ ਲਿਆ। ਅਤੇ ਮਹਾਰਾਜ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਉਹ ਕਿੰਨੇ ਵੀ ਸ਼ਿੰਗਾਰ ਕਰਕੇ ਲੰਘੇ ਰਸਤੇ ਵਿੱਚੋਂ ਲੋਕ ਉਹਦੀ ਉਪਮਾ ਨਹੀਂ ਕਰਨਗੇ। ਲੋਕ ਕਹਿਣਗੇ ਇਹ ਬਦਕਾਰ ਹੈ, ਮਾੜੇ ਲੱਛਣਾਂ ਵਾਲੀ, ਆਪਣੇ ਪਤੀ ਨੂੰ ਛੱਡ ਕੇ ਕੀ ਹੋ ਗਿਆ, ਕਿਸੇ ਅਮੀਰ ਦੇ ਘਰ ਜਾ ਕੇ ਬਹਿ ਗਈ ਹੈ, ਭਾਵੇਂ ਕਿੰਨੇ ਕੀਮਤੀ ਗਹਿਣੇ ਪਾਏ ਨੇ, ਪਰ ਇਹ ਚੰਗੇ ਲੱਛਣਾਂ ਵਾਲੀ ਨਹੀਂ ਹੈ। ਇਸੇ ਤਰ੍ਹਾਂ ਜਿਹੜਾ ਰੱਬ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕਰੇ, ਉਹ ਭਾਵੇਂ ਕਿੰਨਾ ਵੀ ਲੋਕਾਂ ਨੂੰ ਕਹੇ ਮੇਰੇ ਕੋਲ ਗੱਡੀਆਂ ਆ ਗਈਆਂ ਨੇ, ਮੇਰੇ ਕੋਲ ਪੈਸਾ ਆ ਗਿਆ ਹੈ। ਕਿਉਂਕਿ ਆਪਾਂ ਵੇਖਦੇ ਹਾਂ ਕੋਈ ਆਪਣੇ ਸਿੱਖ ਧਰਮ ਦੇ ਵਿੱਚ ਵੀ ਕਈ ਸਿੱਖੀ ਨੂੰ ਛੱਡ ਦਿੰਦੇ ਨੇ, ਕਈ ਇਸਲਾਮ ਮਤ ਅੰਦਰ ਆਪਣੇ ਆਪਣੇ ਧਰਮ ਨੂੰ। ਸਾਰੇ ਧਰਮਾਂ ਵਿੱਚ ਐਸੇ ਲੋਕ ਹੁੰਦੇ ਨੇ ਜਿਹੜੇ ਪਦਾਰਥ ਦੀ ਖਾਤਰ ਛੱਡ ਕੇ ਹੋਰ ਧਰਮ ਨੂੰ ਧਾਰਨ ਕਰ ਲੈਂਦੇ ਨੇ, ਅਤੇ ਉਹਨਾਂ ਨੂੰ ਲੋਕ ਚੰਗਾ ਨਹੀਂ ਆਖਦੇ, ਭਾਵੇਂ ਉਹਨਾਂ ਕੋਲ ਕਿੰਨਾ ਪੈਸਾ ਆ ਜਾਵੇ। ਲੋਕ ਕਹਿੰਦੇ ਨੇ ਆਪਣਾ ਧਰਮ ਹੀ ਨਹੀਂ ਰੱਖਿਆ, ਅਤੇ ਬੰਦਾ ਕੀ ਕਰੇਗਾ। ਤੋ ਮਹਾਰਾਜ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਉਹ ਕਿਸੇ ਕੰਮ ਨਹੀਂ ਆਉਂਦਾ, ਭਾਵੇਂ ਇਹ ਕਿੰਨੇ ਵੀ ਸ਼ਿੰਗਾਰ ਕਰੇ, ਭਾਵ ਕਿੰਨੀਆਂ ਕੋਠੀਆਂ ਪਾ ਲੇ, ਕਿੰਨਾ ਕੁਝ ਪਦਾਰਥ ਇਕੱਠਾ ਕਰ ਲੇ, ਪਰ ਜੇ ਰੱਬ ਦੀ ਇਬਾਦਤ ਛੱਡ ਦਿੱਤੀ, ਵਾਹਿਗੁਰੂ ਦੀ ਬੰਦਗੀ ਛੱਡ ਦਿੱਤੀ, ਇਹ ਬਾਹਰਲੇ ਸ਼ਿੰਗਾਰ ਅਡੰਬਰ ਕਿਸੇ ਕੰਮ ਨਹੀਂ ਆਉਂਦੇ। ਇਹਦੇ ਗੁਰਮੁਖ ਪਿਆਰੇ ਇਹ ਵੀ ਅਰਥ ਕਰਦੇ ਨੇ, ਪਰਮਾਤਮਾ ਨਾਲ ਨਿਉ ਨਹੀਂ, ਪਰ ਬਾਹਰੋਂ ਭਗਤੀ ਦੇ ਸ਼ਿੰਗਾਰ ਕਰ ਲਏ, ਬਾਣਾ ਪਾ ਲਿਆ ਹੋਰ ਹੋਰ, ਇਹ ਕਿਸੇ ਕੰਮ ਨਹੀਂ ਆਉਣ ਵਾਲਾ ਜੇ ਅੰਦਰ ਭਗਤੀ ਦਾ ਕਿਣਕਾ ਨਹੀਂ ਹੈ। ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ। ਤਤ ਵਸਤੂ ਨੂੰ ਜਾਣਿਆ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਮਨੁੱਖ ਮਾਇਆ ਮੋਹ ਅਵਿਦਿਆ ਦੀ ਨੀਂਦਰ ਵਿੱਚ ਸੁੱਤਾ ਰਿਹਾ, ਪਰਿਵਾਰ ਦੇ ਪਿਆਰ ਵਿੱਚ ਲੱਗਾ ਰਿਹਾ। ਵੇਖੋ ਆਪਾਂ ਪਰਿਵਾਰ ਵਾਸਤੇ ਕਿੰਨਾ ਕੰਮ ਕਰਦੇ ਹਾਂ, ਪਰ ਆਪਣੇ ਵਾਸਤੇ ਕਦੇ ਬੰਦਗੀ ਕੀਤੀ ਹੀ ਨਹੀਂ ਹੈ। ਕਿੰਨਾ 10-10, 12-12, 20-20 ਘੰਟੇ ਵੀ ਬੰਦਾ ਕੰਮ ਕਰਦਾ ਹੈ। ਜਿਨ੍ਹਾਂ ਵਾਸਤੇ ਇੰਨਾ ਕੁਝ ਕੀਤਾ, ਜਦੋਂ ਸਰੀਰ ਵਿੱਚੋਂ ਪ੍ਰਾਣ ਨਿਕਲੇ ਉਹ ਕਹਿੰਦੇ ਇਹ ਤਾਂ ਪ੍ਰੇਤ ਹੋ ਗਿਆ, ਇਹ ਤਾਂ ਗੁਜ਼ਰ ਗਿਆ ਹੈ, ਇਹ ਮਰ ਗਿਆ ਹੈ। ਹੁਣ ਫਿਰ ਕੀ ਕਹਿੰਦੇ ਨੇ, ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ। ਐਸੇ ਮਨੁੱਖ ਨੂੰ ਫਿਰ ਜਮ ਦੂਤ ਪਕੜ ਕੇ ਅੱਗੇ ਚਲਾਏਮਾਨ ਕਰ ਦਿੰਦੇ ਨੇ। ਉਹ ਜਿਹੜੇ ਸੰਬੰਧੀਆਂ ਦੇ ਵਿੱਚ ਇਹਦਾ ਬੜਾ ਪਿਆਰ ਸੀ, ਜਿਹੜੇ ਸੰਬੰਧੀ ਕਹਿੰਦੇ ਸੀ ਵੀ ਅਸੀਂ ਤੇਰੇ ਬਿਨਾਂ ਮਰ ਜਾਵਾਂਗੇ, ਤੇਰੇ ਤੋਂ ਜਾਨ ਵਾਰ ਦਿਆਂਗੇ, ਉਹਨਾਂ ਨੂੰ ਭੇਤ ਹੀ ਨਹੀਂ ਮਿਲਿਆ ਵੀ ਕਿੱਥੇ ਚਲੀ ਗਈ ਆਤਮਾ, ਕਿੱਧਰ ਚਲਾ ਗਿਆ ਉਹ ਸਾਡਾ ਪ੍ਰੇਮੀ। ਛੱਡ ਖੜੋ ਤੇ ਖਿਨੈ ਮਾਏ ਜਿਨ ਸਿਉ ਲੱਗਾ ਹੇਤ। ਜਿਨ੍ਹਾਂ ਦੇ ਵਿੱਚ ਬੜਾ ਇਹਦਾ ਹੇਤ ਲੱਗਾ ਸੀ, ਉਹ ਸਾਰੇ ਛੱਡ ਕੇ ਪਰਾਂ ਹੋ ਕੇ ਦੂਰ ਹੋ ਕੇ ਬਹਿ ਜਾਂਦੇ ਨੇ। ਵੇਖੀਦਾ ਨਾ ਬੰਦਾ ਜਦੋਂ ਕੋਈ ਚੜ੍ਹਾਈ ਕਰ ਜੇ, ਆਉਂਦੇ ਨੇ ਮਾੜਾ ਜਿਹਾ ਮੂੰਹ ਵੇਖਿਆ ਅਤੇ ਦੂਰ ਜਾ ਕੇ ਬਹਿ ਜਾਂਦੇ ਨੇ। ਹੁਣ ਕੋਈ ਉਹਦੇ ਨਾਲ
ਉਸ ਤਰ੍ਹਾਂ ਨੇ ਨਹੀਂ ਰੱਖਦਾ ਜਿਵੇਂ ਪਹਿਲਾਂ ਜੀਵਦੇ ਜੀ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ, ਜਿਨ੍ਹਾਂ ਨਾਲ ਇਹਦਾ ਬੜਾ ਹੇਤ ਲੱਗਾ ਸੀ। ਜੀਵਦੇ ਜੀ ਇਹਨੇ ਆਪਣੇ ਮਾਲਕ ਨੂੰ ਨਹੀਂ ਪਛਾਣਿਆ। ਜਿਹੜੇ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਦੂਜੇ ਦੇ ਘਰ ਜਾ ਕੇ ਬਹਿ ਗਈ, ਜਦੋਂ ਉਹਦੀ ਵੀ ਕਿਸੇ ਅਤੇ ਹਾਲਤ ਹੁੰਦੀ ਹੈ ਤੇ ਉਹ ਵੀ ਛੱਡ ਦਿੰਦਾ। ਉਹ ਕਹਿੰਦਾ ਕਿਹੜਾ ਮੇਰੀ ਵਿਆਹੀ ਹੋਈ, ਕਿਹੜਾ ਮੈਂ ਕਿਹੜਾ ਇਹਨੂੰ ਵਿਆਹ ਕੇ ਲਿਆਂਦਾ ਹੈ, ਮੈਂ ਕਿਹੜਾ ਇਹਨੂੰ ਪਰਣਾ ਕੇ ਲਿਆਂਦਾ ਹੈ। ਪਰ ਜੇਕਰ ਗਰੀਬ ਵੀ ਪਤੀ ਹੋਵੇ, ਉਹ ਕਹਿੰਦਾ ਨਹੀਂ ਵੀ ਇਹ ਮੇਰੀ ਪਤਨੀ ਹੈ, ਉਹਦੇ ਨਾਂ ਨੂੰ ਯਾਦ ਰੱਖਦਾ ਹੈ, ਘਰ ਦੇ ਵਿੱਚ ਉਹਦੀ ਤਸਵੀਰ ਲਾ ਕੇ ਰੱਖਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਭਾਈ ਇਹ ਜਿਨ੍ਹਾਂ ਵਾਸਤੇ ਆਪਣੇ ਪਤੀ ਪਰਮਾਤਮਾ ਨੂੰ ਮਾਲਕ ਨੂੰ ਛੱਡਿਆ, ਜਿਨ੍ਹਾਂ ਦੇ ਪਿਆਰ ਵਿੱਚ ਭੁੱਲ ਗਿਆ ਉਸ ਨਿਰੰਕਾਰ ਨੂੰ, ਜਦੋਂ ਇਹਦੇ ਸਰੀਰ ਵਿੱਚੋਂ ਪ੍ਰਾਣ ਨਿਕਲੇ ਉਹ ਵੀ ਸਾਰੇ ਛੱਡ ਕੇ ਇਹਨੂੰ ਪਰਾਂ ਹੋ ਗਏ। ਹੱਥ ਮਰੋੜੈ ਤਨ ਕਪੇ ਸਿਆਓ ਹੋਆ ਸੇਤ, ਜਦੋਂ ਮਨੁੱਖ ਦੀ ਜਿੰਦ ਨਿਕਲਦੀ ਹੈ ਹੱਥ ਮਰੋੜੇ ਜਾਂਦੇ ਨੇ, ਤਨ ਕੰਬਦਾ ਹੈ ਤੇ ਰੰਗ ਬੱਗਾ ਹੋ ਜਾਂਦਾ ਹੈ। ਵੇਖਿਆ ਨਾ, ਰੰਗ ਕੋਈ ਪੁਰਾਣੀ ਚੜ੍ਹਾਈ ਕੀਤਾ ਹੋਵੇ ਉਹਦਾ ਰੰਗ ਦੋ ਤਰ੍ਹਾਂ ਦੀ ਭਾਅ ਮਾਰਦਾ, ਕਾਲਾ ਔਰ ਬੱਗਾ ਹੋਇਆ। ਉਹ ਚਿਹਰੇ ਤੋਂ ਉਹਦੇ ਸਰੀਰ ਤੋਂ ਉਹ ਦਿਖਾਈ ਦਿੰਦਾ ਹੈ। ਐਸੀ ਇਹ ਮੌਤ ਦੀ ਘਟਨਾ ਜਦੋਂ ਵਾਪਰਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਇਹ ਹਸ਼ਰ ਹੁੰਦਾ ਹੈ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਇਹ ਭਾਈ ਸਰੀਰ ਇੱਕ ਖੇਤ ਹੈ, ਇਹਦੇ ਵਿੱਚ ਜਿਹੋ ਜਿਹਾ ਬੀਜੋਗੇ ਉਸੇ ਤਰ੍ਹਾਂ ਦਾ ਵੱਢਣਾ ਪਵੇਗਾ। ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਇਹ ਸਰੀਰ ਖੇਤੀ ਕਰਮਾਂ ਦੀ ਹੈ। ਬਾਣੀ ਦੇ ਆਰੰਭ ਵਿੱਚ ਕਹਿਤਾ ਮਹਾਰਾਜ ਨੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਸਾਡੇ ਕਰਮ ਐਸੇ ਹਨ, ਕਰਮਾਂ ਦੀ ਫਿਲਾਸਫੀ ਗੁਰਬਾਣੀ ਵਿੱਚ ਮਹਾਰਾਜ ਜਪਜੀ ਸਾਹਿਬ ਦੇ ਵਿੱਚ ਵੀ ਕਹਿ ਦਿੱਤਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮਾਂ ਦੀ ਫਿਲਾਸਫੀ ਬਹੁਤ ਡੂੰਘੀ ਹੈ, ਪਰ ਜਿੱਥੇ ਨਾਮ ਆ ਜਾਵੇ ਉਹ ਕਰਮਾਂ ਨੂੰ ਖਤਮ ਕਰ ਦਿੰਦਾ। ਨਾਮ ਦੀ ਐਸੀ ਮਹਿਮਾ ਹੈ, ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੇ ਵਿੱਚ ਫਰਮਾਨ ਕੀਤਾ ਹੈ ਕਿ ਈਦਨ ਕੀਤੋ ਮੂੰਹ ਘਣਾ ਭੋਰੀ ਜਿਤਿਮ ਪਾਏ, ਮਨ ਮਸੰਦੜੋ ਸਾਸੋ ਨਾਨਕ ਹੱਬੋ ਡੁਖੜੇ ਉਲਾਹੇ। ਕਿੰਨਾ ਵੀ ਬਾਲਣ ਕਰ ਲਓ, ਕਰੋੜਾਂ ਮਨ ਲੱਕੜਾਂ ਇਕੱਠੀਆਂ ਕਰ ਲਵੋ, ਕਰੋੜਾਂ ਮਨ ਲੱਕੜਾਂ ਨੂੰ ਇਕੱਠਾ ਕਰਨ 'ਤੇ ਕਿੰਨਾ ਸਮਾਂ ਲੱਗ ਗਿਆ, ਕਈ ਮਹੀਨੇ ਲੱਗ ਗਏ। ਪਰ ਉਹਨੂੰ ਸਾੜਨ ਲੱਗਿਆ ਓਨਾ ਟਾਈਮ ਨਹੀਂ ਲੱਗੇਗਾ। ਮਹਾਰਾਜ ਕਹਿੰਦੇ ਭੋਰਾ ਜਿੰਨੀ ਅੱਗ ਦੇ ਦੇਵੋ, ਕਰੋੜਾਂ ਮਣ ਲੱਕੜਾਂ ਨੂੰ ਕਈ ਮਹੀਨੇ ਲੱਗ ਗਏ ਇਕੱਠੇ ਕਰਨ 'ਤੇ, ਪਰ ਸਾੜਨ ਲੱਗਿਆ ਇੱਕ ਚਿਣਕਾ ਅੱਗ ਦਾ ਮਿਲ ਗਿਆ। ਉਹਨੇ ਵੇਖਦਿਆਂ ਵੇਖਦਿਆਂ ਹੀ ਉਹ ਸਾਰਾ ਕਰੋੜਾਂ ਮਣ ਲੱਕੜ ਇਕੱਠਾ ਕੀਤਾ ਆ ਬਾਲਣ ਸਾੜ ਕੇ ਸਵਾਹ ਕਰ ਦਿੱਤਾ। ਸਾਡੇ ਭਾਈ ਕਈ ਜਨਮਾਂ ਦੇ ਕਰਮ ਇਕੱਠੇ ਹੋਏ ਨੇ, ਜਨਮ ਜਨਮ ਕੀ ਸਮਨ ਕੋ ਮਲ ਲਾਗੀ ਕਾਲਾ ਹੋਆ ਸਿਆ। ਪਤਾ ਨਹੀਂ ਕਿੰਨੇ ਕੁ ਕਰੋੜਾਂ ਕਰਮ ਕੀਤੇ ਹੋਏ ਨੇ ਮਾੜੇ, ਪਰ ਜੇਕਰ ਨਾਮ ਦੀ ਚਿਣਕ ਲਾ ਦਿੱਤੀ ਜਾਵੇ, ਉਹ ਨਾਮ ਉਹਨਾਂ ਮਾੜੇ ਕਰਮਾਂ ਨੂੰ ਮਿਟਾ ਦਿੰਦਾ, ਨਹੀਂ ਤੇ ਜੀਵ ਫਿਰ ਦੁੱਖ ਪਾਉਂਦਾ ਰਹਿੰਦਾ ਹੈ। ਮਹਾਰਾਜ ਇਹ ਵੀ ਬਾਣੀ ਵਿੱਚ ਕਹਿੰਦੇ ਨੇ, ਲੱਖ ਮੜਿਆਂ ਕਰ ਇਕੱਠੇ ਏਕ ਰਤੀ ਲੈ ਭਾਏ। ਲੱਖਾਂ ਮਨ ਲੱਕੜਾਂ ਇਕੱਠੀਆਂ ਕਰਕੇ ਥੋੜ੍ਹੀ ਜਿਹੀ ਅੱਗ ਦੇ ਦਿਓ, ਉਹਨਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਇਹਦਾ ਕੀ ਭਾਵ ਹੈ? ਭਾਵੇਂ ਤੇਰੇ ਕਰਮ ਕਿੰਨੇ ਵੀ ਮਾੜੇ ਨੇ, ਥੋੜ੍ਹਾ ਜਿਹਾ ਰੋਜ਼ ਨਾਮ ਜਪਣ ਲੱਗ ਜਾ, ਥੋੜ੍ਹਾ ਜਿਹਾ ਨਾਮ ਜਪਣ ਲੱਗ ਜਾਓ, ਭਾਵੇਂ ਥੋੜ੍ਹਾ ਜਿਹਾ ਅਭਿਆਸ ਕਰਨ ਲੱਗ ਜਾਵੋ ਪੂਰੀ ਭਾਵਨਾ ਨਾਲ, ਉਹ ਥੋੜ੍ਹਾ ਜਿਹਾ ਜਪਿਆ ਹੋਇਆ ਨਾਮ ਵੀ ਬੜਾ ਵੱਡਾ ਤੁਹਾਨੂੰ ਲਾਭ ਦੇਵੇਗਾ। ਜਨਮਾਂ ਜਨਮਾਂ ਦੇ ਪਾਪ ਕਰਮਾਂ ਨੂੰ ਖਤਮ ਕਰ ਦੇਵੇਗਾ। ਹੁਣ ਉਹ ਵੀ ਇੱਕ ਕਰਮ ਹੈ, ਬੰਦਗੀ ਕਰਨਾ ਵੀ ਇੱਕ ਕਰਮ ਹੈ।
ਆਪਣਾ ਰੋਜ਼ ਉਹ ਕਰਮ ਜੇ ਕਰਾਂਗੇ, ਮਹਾਰਾਜ ਕਹਿੰਦੇ ਜਿਹੋ ਜਿਹਾ ਬੀਜੋਗੇ ਉਹੋ ਜਿਹਾ ਫਲ ਪ੍ਰਾਪਤ ਹੁੰਦਾ ਹੈ। ਵੇਖੋ ਬੱਚੇ ਸਕੂਲ ਵਿੱਚ ਪੜ੍ਹਦੇ ਨੇ, ਅਤੇ ਜਿੰਨਾ ਕੋਈ ਬੱਚਾ ਜ਼ਿਆਦਾ ਹੀ ਮਿਹਨਤ ਕਰਦਾ ਓਨਾ ਵੱਡਾ ਅਫਸਰ ਬਣ ਜਾਂਦਾ। ਇੱਕੋ ਸਕੂਲ ਵਿੱਚ ਪੜ੍ਹੇ ਹੋਏ ਬੱਚੇ, ਇੱਕ ਚਪੜਾਸੀ ਲੱਗਦਾ ਹੈ, ਇੱਕ ਜਾ ਕੇ ਵੱਡਾ ਅਫਸਰ ਬਣ ਜਾਂਦਾ ਹੈ। ਇੱਕੋ ਸਕੂਲ ਵਿੱਚ ਪੜ੍ਹੇ ਨੇ, ਇੱਕੋ ਸਮੇਂ ਵਿੱਚ ਪੜ੍ਹੇ ਨੇ, ਇੱਕੋ ਕਲਾਸ ਵਿੱਚ ਪੜ੍ਹੇ ਨੇ, ਪਰ ਇੱਕ ਨੇ ਧਿਆਨ ਨਹੀਂ ਦਿੱਤਾ, ਇੱਕ ਨੇ ਸਾਧਨਾ ਕੀਤੀ ਹੈ ਬਹੁਤ, ਅਤੇ ਉਹ ਬੱਚਾ ਪੜ੍ਹਾਈ ਦੇ ਵਿੱਚ ਮਿਹਨਤ ਕਰਕੇ ਵੱਡਾ ਅਫਸਰ ਬਣ ਗਿਆ ਹੈ। ਪਰ ਇੱਕ ਉਸੇ ਸਕੂਲ ਵਿੱਚ ਉਸੇ ਸਮੇਂ ਪੜ੍ਹ ਕੇ ਉਹ ਚਪੜਾਸੀ ਜਾ ਲੱਗਦਾ ਹੈ। ਚਲੋ ਚਪੜਾਸੀ ਦੀ ਪਦਵੀ ਵੀ ਕੁਝ ਅਹਿਮੀਅਤ ਰੱਖਦੀ ਹੈ। ਕਈ ਐਸੇ ਨੇ ਉਹ ਫੇਲ ਹੀ ਹੋ ਜਾਂਦੇ ਨੇ, ਉਹ ਕਿਸੇ ਜੋਗੇ ਨਹੀਂ ਰਹਿ ਜਾਂਦੇ, ਚਪੜਾਸੀ ਲੱਗਣ ਜੋਗੇ ਵੀ ਨਹੀਂ ਰਹਿ ਜਾਂਦੇ। ਤੋ ਧਰਮ ਦੀ ਸਾਧਨਾ ਵਿੱਚ ਵੀ ਐਸਾ ਹੈ ਕਿ ਆਉਂਦਾ ਹੈ ਮਨੁੱਖ, ਪਰ ਇੱਥੇ ਤਾਂ ਫੇਲ ਜ਼ਿਆਦਾ ਹੁੰਦੇ ਨੇ, ਪਾਸ ਤਾਂ ਕੋਈ ਵਿਰਲਾ ਹੁੰਦਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨਾਨਕ ਪ੍ਰਭ ਸਰਣਾਗਤੀ ਚਰਨ ਮੋਹਿਤ ਪ੍ਰਭ ਦੇਤ। ਜਿਹੜੇ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਨੇ, ਵਾਹਿਗੁਰੂ ਆਪਣੇ ਚਰਨਾਂ ਦਾ ਜਹਾਜ਼ ਉਹਨਾਂ ਨੂੰ ਦੇ ਦਿੰਦਾ, ਆਸਰਾ ਦੇ ਦਿੰਦਾ ਹੈ। ਜਿਸ ਨੇ ਵੀ ਵਾਹਿਗੁਰੂ ਦੀ ਸ਼ਰਨ ਲਈ, ਕੇਵਲ ਮਨੁੱਖੀ ਨਹੀਂ, ਸਾਨੂੰ ਇਹ ਭੁਲੇਖਾ ਹੈ ਵੀ ਰੱਬ ਸਾਡੀ ਹੀ ਸੁਣਦਾ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਦਰੀ ਤਾਂ ਕੋ ਜਸ ਉਰ ਧਾਰੋ। ਅਟਲ ਭਿਓ ਤਰੂ ਜਾ ਕੇ ਸਿਮਰਨ ਅਰ ਨਿਰਪੈ ਪਦ ਪਾਇਆ, ਦੁਖ ਹਰਤਾ ਏ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗਰਾ ਤੇ ਛੂਟਾ। ਮਹਿਮਾ ਨਾਮ ਕਹਾ ਲੋ ਵਰਨੋ ਰਾਮ ਕਹਿਤ, ਬੰਧਨ ਤੇ ਟੂਟਾ ਅਜਾਮਲ ਪਾਪੀ ਜਗ ਜਾਣੇ, ਨਿਮਕ ਮਾਏ ਨਿਸਤਾਰਾ। ਨਾਨਕ ਕਹਿ ਚੇ ਚਿੰਤਾਮਨ ਤੈ ਵੀ ਉਤਰੇ ਪਾਰਾ। ਜਿੱਥੇ ਮਹਾਰਾਜ ਨੇ ਪਾਪੀਆਂ ਦਾ ਜ਼ਿਕਰ ਕੀਤਾ, ਭਗਤਾਂ ਦਾ ਜ਼ਿਕਰ ਕੀਤਾ, ਉੱਥੇ ਮਹਾਰਾਜ ਇੱਕ ਜਾਨਵਰ ਦਾ ਜ਼ਿਕਰ ਕਰਦੇ ਨੇ, ਹਾਥੀ ਦਾ। ਜਬ ਹੀ ਸ਼ਰਨ ਗਈ ਕਿਰਪਾ ਨਿਧ ਗੱਜ ਗਰਾ ਤੇ ਛੂਟਾ, ਨਾਨਕ ਪ੍ਰਭ ਸਰਨਾਗਤੀ। ਇੱਕ ਹਾਥੀ, ਉਹਨੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਤੇ ਅਰਦਾਸ ਪਰਮਾਤਮਾ ਨੇ ਉਹਦੀ ਵੀ ਸੁਣੀ ਹੈ, ਕਿਉਂਕਿ ਰੱਬ ਦੀ ਸ਼ਰਨ ਵਿੱਚ ਆ ਗਿਆ। ਦੁੱਖ ਇੱਕ ਐਸਾ ਹਥਿਆਰ ਹੈ ਜਿਹੜਾ ਸਾਨੂੰ ਜਗਾਉਂਦਾ ਹੈ। ਬੜਾ ਗਹਿਰਾ ਦੁੱਖ ਉਸ ਹਾਥੀ 'ਤੇ ਵਾਪਰਿਆ ਅਤੇ ਉਹਦੀ ਆਤਮਾ ਜਾਗ ਗਈ, ਅਤੇ ਜਾਗੀ ਹੋਈ ਆਤਮਾ ਨੇ ਪਰਮਾਤਮਾ ਕੋਲ ਬੇਨਤੀ ਕੀਤੀ, ਨਿਰੰਕਾਰ ਮੇਰੀ ਰੱਖਿਆ ਕਰੋ। ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗਰਾ ਤੇ ਛੂਟਾ। ਨਾਨਕ ਪ੍ਰਭ ਸਰਨਾਗਤੀ ਚਰਨ ਮੋਹਿਤ ਪ੍ਰਭ ਦੇਤ। ਜਿਹਨੇ ਵੀ ਵਾਹਿਗੁਰੂ ਦੀ ਸ਼ਰਨ ਲਈ, ਵਾਹਿਗੁਰੂ ਨੇ ਆਪਣੇ ਚਰਨਾਂ ਦਾ ਮੋਹਿਤ ਜਹਾਜ਼ ਉਸ ਨੂੰ ਦੇ ਦਿੱਤਾ, ਆਸਰਾ ਦੇ ਦਿੱਤਾ। ਸੇ ਭਾਦੋਏ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਭਾਦਰੋਂ ਦੇ ਮਹੀਨੇ ਦੁਆਰਾ ਮਹਾਰਾਜ ਕਹਿੰਦੇ ਨੇ ਉਹ ਮਨੁੱਖ ਨਰਕਾਂ ਵਿੱਚ ਨਹੀਂ ਪੈਂਦੇ ਜਿਨ੍ਹਾਂ ਦਾ ਹੇਤੂ ਗੁਰੂ ਹੋ ਜਾਂਦਾ ਹੈ, ਜਿਨ੍ਹਾਂ ਦੇ ਨਾਲ ਗੁਰੂ ਪ੍ਰੇਮ ਕਰਨ ਲੱਗ ਜਾਂਦਾ ਹੈ। ਗੁਰੂ ਵੀ ਪ੍ਰੇਮ ਕਰਦਾ। ਭਾਈ ਗੁਰਦਾਸ ਜੀ ਲਿਖਦੇ ਨੇ ਵੀ ਪਹਿਲਾਂ ਸਿੱਖ ਨੂੰ ਚੱਲਣਾ ਪੈਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਗਾਰ ਗੁਰ ਹੇਤ ਹੈ। ਆਪਾਂ ਨੂੰ ਚੱਲਣਾ ਪਵੇਗਾ ਗੁਰੂ ਵੱਲ। ਗੁਰੂ ਉਸ ਤੋਂ ਹਜ਼ਾਰਾਂ ਗੁਣਾ ਜ਼ਿਆਦਾ ਸਾਡੇ ਨਾਲ ਉਹ ਵਿਹਾਰ ਕਰਦਾ ਜੋ ਆਪਾਂ ਗੁਰੂ ਨਾਲ ਕਰਦੇ ਹਾਂ। ਜੇ ਗੁਰੂ ਨਾਲ ਪਿਆਰ ਕਰਦੇ ਹਾਂ, ਗੁਰੂ ਸਾਨੂੰ ਹਜ਼ਾਰਾਂ ਗੁਣਾ ਜ਼ਿਆਦਾ ਪਿਆਰ ਕਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜੇ ਇੱਕ ਪੈਰ ਚੱਲੇਗਾ, ਗੁਰੂ ਤੇਰੇ ਵੱਲ ਹਜ਼ਾਰਾਂ ਕਦਮ ਚੱਲ ਕੇ ਆਵੇਗਾ। ਗੁਰੂ ਫਿਰ ਉਹਦੇ ਨਾਲ ਹਿੱਤ ਕਰਨ ਲੱਗ ਜਾਂਦਾ ਹੈ। ਆਪਣੇ ਘਰਾਂ ਵਿੱਚ ਤੁਸੀਂ ਨੌਕਰ ਰੱਖਦੇ ਹੋ,
ਜਿਹੜਾ ਨੌਕਰ ਤੁਹਾਡਾ ਕਹਿਣਾ ਮੰਨਣ ਲੱਗ ਜਾਵੇ, ਹਰ ਇੱਕ ਕੰਮ ਦੇ ਵਿੱਚ ਤੁਹਾਡਾ ਆਗਿਆਕਾਰ ਹੋ ਜਾਵੇ, ਤੁਸੀਂ ਉਹਦੇ ਨਾਲ ਪਿਆਰ ਕਰਨ ਲੱਗ ਜਾਂਦੇ ਹੋ, ਉਹਦੇ ਨਾਲ ਹਿੱਤ ਹੋ ਜਾਂਦਾ ਵੀ ਇਹ ਬੰਦਾ ਬੜਾ ਕੀਮਤੀ ਹੈ। ਜਾਂ ਕੋਈ ਭੈਣ ਬੀਬੀ ਵੀ ਆਪਣੇ ਘਰਾਂ ਵਿੱਚ ਪ੍ਰਸ਼ਾਦਾ ਬਣਦੀ, ਕਹਿੰਦੇ ਵੀ ਇਹ ਬੀਬੀ ਬਹੁਤ ਚੰਗੀ ਹੈ, ਉਹਨੂੰ ਆਪਣੇ ਘਰ ਦਾ ਮੈਂਬਰ ਹੀ ਬਣਾ ਲੈਂਦੇ ਵੀ ਇਹ ਸਾਡੇ ਘਰ ਦਾ ਮੈਂਬਰ ਹੈ ਜੀ। ਉਹਨੂੰ ਦੁੱਖ ਸੁੱਖ ਵਿੱਚ ਹਰ ਤਰ੍ਹਾਂ ਉਹਦੀ ਸਹਾਇਤਾ ਕਰਦੇ ਨੇ। ਪੁੱਛੇ ਕੋਈ ਵੀ ਕਿਉਂ, ਉਹ ਕਹਿੰਦੇ ਜੀ ਇਹ ਤਾਂ ਲਾਇਕ ਬਹੁਤ ਹੈ, ਇਹ ਸਾਡਾ ਹਰ ਇੱਕ ਕਹਿਣਾ ਮੰਨਦਾ ਹੈ। ਅਤੇ ਉਹ ਕਹਿਣਾ ਮੰਨਣ ਕਰਕੇ ਉਹਦੇ ਨਾਲ ਹੇਤ ਬਣ ਗਿਆ, ਪ੍ਰੇਮ ਬਣ ਗਿਆ, ਪ੍ਰੀਤ ਬਣ ਗਈ। ਉਹ ਛੱਡਣਾ ਵੀ ਚਾਹਵੇ ਤੇ ਆਪਾਂ ਕਹਿੰਦੇ ਨਾ ਤੂੰ ਛੱਡ ਕੇ ਜਾਈਂ, ਕੋਈ ਗੱਲ ਨਹੀਂ, ਤੇਰੀ ਤਨਖਾਹ ਹੋਰ ਵਧਾ ਦਿੰਦੇ ਆ ਅਤੇ ਤੂੰ ਸਾਡਾ ਘਰ ਛੱਡ ਕੇ ਨਾ ਜਾ। ਕਿਉਂ ਜੀ? ਕਿਉਂਕਿ ਉਹ ਸਾਡਾ ਕਹਿਣਾ ਮੰਨਦਾ, ਸਾਡਾ ਉਹਦੇ ਨਾਲ ਹੁਣ ਹੇਤ ਹੋ ਗਿਆ ਹੈ। ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਨਾਲ ਪਿਆਰ ਕਰਾਂਗੇ, ਗੁਰੂ ਦੀ ਆਗਿਆ ਮੰਨਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਬਾਣੀ ਪੜ੍ਹਾਂਗੇ, ਅਤੇ ਗੁਰੂ ਕਹਿੰਦਾ ਵੀ ਇਹ ਸਿੱਖ ਮੇਰਾ ਕਹਿਣਾ ਮੰਨਣ ਲੱਗ ਪਿਆ ਹੈ। ਗੁਰੂ ਵੀ ਫਿਰ ਹੇਤ ਕਰਨ ਲੱਗ ਜਾਂਦਾ ਹੈ। ਗੁਰੂ ਵੀ ਦੁੱਖ ਸੁੱਖ ਦੇ ਵਿੱਚ, ਸਾਂਝ ਦੇ ਵਿੱਚ ਸਾਡਾ ਸਾਥ ਦਿੰਦਾ ਹਰ ਥਾਂ 'ਤੇ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਨਹੀਂ ਤੇ ਕਿੰਨੇ ਦੁਨੀਆ ਨੌਕਰ ਤੁਰੇ ਫਿਰਦੇ ਨੇ, ਕੋਈ ਪੁੱਛਦਾ ਹੈ? ਪਰ ਕੋਈ ਐਸਾ ਜਿਹਨੇ ਇੰਨਾ ਪਿਆਰ ਬਣਾ ਲਿਆ ਮਾਲਕ ਦੇ ਨਾਲ, ਉਹਦੀ ਲੜਕੀ ਦਾ ਵਿਆਹ, ਤੇ ਮਾਲਕ ਕਹਿੰਦਾ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ, ਤੇਰੀ ਬੇਟੀ ਮੇਰੀ ਬੇਟੀ ਹੈ, ਮੈਂ ਇਹਦਾ ਵਿਆਹ ਆਪੇ ਕਰਾਂਗਾ। ਕੋਈ ਦੁੱਖ ਆ ਗਿਆ ਤਾਂ ਉਹ ਮਾਲਕ ਉਹਦਾ ਇਲਾਜ ਕਰਾਉਂਦਾ ਹੈ, ਪੈਸਾ ਲਾਉਂਦਾ ਹੈ, ਉਹਦੀ ਸਹਾਇਤਾ ਕਰਦਾ ਹੈ। ਅਤੇ ਕੋਈ ਪੁੱਛੇ ਇੰਨਾ ਕੁਝ ਕਿਉਂ? ਕਹਿੰਦਾ ਵੀ ਇਹ ਬੰਦਾ ਸਾਡਾ ਕੰਮ ਬੜਾ ਕਰਦਾ, ਸਾਡਾ ਆਗਿਆਕਾਰ ਹੈ, ਸਾਡੀ ਆਗਿਆ ਮੰਨਦਾ, ਹੁਕਮ ਮੰਨਦਾ ਹੈ। ਇਸੇ ਤਰ੍ਹਾਂ ਜਦੋਂ ਆਪਾਂ ਗੁਰੂ ਦਾ ਹੁਕਮ ਮੰਨਾਂਗੇ, ਗੁਰੂ ਦੀ ਆਗਿਆ ਮੰਨਾਂਗੇ, ਗੁਰੂ ਵੀ ਫਿਰ ਸਾਡੇ ਨਾਲ ਹੇਤ ਕਰੇਗਾ। ਅਤੇ ਜਿਹਦੇ ਨਾਲ ਗੁਰੂ ਹੇਤ ਕਰੇਗਾ, ਮਹਾਰਾਜ ਕਹਿੰਦੇ ਭਾਦਰੋਂ ਦੇ ਮਹੀਨੇ ਦੁਆਰਾ, ਉਹ ਭਾਈ ਫਿਰ ਨਰਕਾਂ ਵਿੱਚ ਨਹੀਂ ਡਿੱਗੇਗਾ। ਇਹ ਦੁਨੀਆ ਦੇ ਵਿੱਚ ਵੀ ਨਰਕ ਨੇ। ਕਿਸੇ ਨੂੰ ਕੋਈ ਐਸੀ ਬਿਮਾਰੀ ਲੱਗ ਗਈ, ਠੀਕ ਹੀ ਨਹੀਂ ਹੋ ਰਹੀ, ਗਰੀਬੀ ਦਾ ਨਰਕ ਹੈ, ਦਲਿਦਰੀ ਦਾ ਨਰਕ ਹੈ, ਹੋਰ ਕਈ ਤਰ੍ਹਾਂ ਦਾ ਪਰਿਵਾਰਕ ਝਗੜਿਆਂ ਦਾ ਨਰਕ ਹੈ। ਜਿਹੜਾ ਗੁਰੂ ਨਾਲ ਹਿੱਤ ਕਰਨ ਲੱਗ ਜਾਵੇ, ਉਹਦੇ ਘਰ ਵਿੱਚੋਂ ਇਹ ਨਰਕ ਖਤਮ ਹੋਣ ਲੱਗ ਜਾਣਗੇ। ਉਹਦੇ ਘਰ ਦੇ ਵਿੱਚ, ਪਰਿਵਾਰ ਵਿੱਚ ਪਿਆਰ ਬਣ ਜਾਏਗਾ, ਉਹਦੇ ਸਰੀਰ ਜੀਵਨ ਵਿੱਚੋਂ ਦੁੱਖ ਚਲੇ ਜਾਣਗੇ। ਕਿਉਂਕਿ ਜਿੱਥੇ ਗੁਰੂ ਕਿਰਪਾ ਕਰ ਦਿੰਦਾ ਹੈ, ਉੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਨਰਕ ਨਹੀਂ ਰਹਿ ਸਕਦਾ। ਸੋ ਸਤਿਗੁਰੂ ਜੀ ਮਿਹਰਾਮਤ ਕਰਨ, ਸਤਿਗੁਰੂ ਦੀ ਆਪਾਂ ਆਗਿਆ ਨੂੰ ਮੰਨੀਏ, ਅੰਮ੍ਰਿਤ ਵੇਲੇ ਉੱਠਿਆ ਕਰੀਏ, ਜਿੰਨਾ ਵੀ ਹੋ ਸਕਦਾ ਬਾਣੀ ਨੂੰ ਪੜ੍ਹਨਾ ਪਿਆਰ ਦੇ ਨਾਲ। ਇਹ ਨਹੀਂ ਵੀ ਮੈਂ 20 ਪਾਠ ਕਰਨੇ ਨੇ, ਭਾਵੇਂ ਤੁਸੀਂ ਇੱਕ ਪਾਠ ਕਰੋ ਜਪਜੀ ਸਾਹਿਬ ਦਾ, ਪਰ ਪੂਰੀ ਭਾਵਨਾ ਨਾਲ ਔਰ ਬੜੇ ਆਨੰਦ ਨਾਲ ਕਰਨਾ ਹੈ। ਨਿਤਨੇਮ ਭਾਵੇਂ ਥੋੜ੍ਹਾ ਕਰੋ, ਪਰ ਪਿਆਰ ਨਾਲ, ਭਾਵਨਾ ਨਾਲ ਕਰੋ। ਜਿੰਨਾ ਆਪਾਂ ਨਿਤਨੇਮ ਪਿਆਰ ਨਾਲ ਕਰਾਂਗੇ, ਓਨੀ ਜ਼ਿਆਦਾ ਗੁਰੂ ਦੀ ਕਲਾ ਵਰਤਦੀ ਹੈ। ਕਿਉਂਕਿ ਗੁਰੂ ਪਿਆਰ ਦਾ ਭੁੱਖਾ ਹੈ। ਜਿਹੜਾ ਪਿਆਰ ਕਰਦਾ, ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਸਤਿਗੁਰੂ ਜੀ ਮਿਹਰਾਮਤ ਕਰਨ, ਪਿਆਰ ਨਾਲ, ਭਾਵਨਾ ਨਾਲ ਬਾਣੀ ਨੂੰ ਪੜ੍ਹੀਏ। ਜੋ ਬਾਣੀ ਨੂੰ ਪਿਆਰ ਕਰੇਗਾ, ਜੋ ਗੁਰੂ ਨਾਲ ਪਿਆਰ ਕਰੇਗਾ, ਉਹਦੇ ਜੀਵਨ ਵਿੱਚੋਂ ਨਰਕ ਚਲੇ ਜਾਣਗੇ। ਉਹਦੇ ਜੀਵਨ ਵਿੱਚੋਂ ਭਰਮ, ਦੁਬਦਾ, ਦਵੈਤ, ਈਰਖਾ, ਵਿਕਾਰ ਖਤਮ ਹੋ ਜਾਣਗੇ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੈ ਸਤਿਗੁਰੂ ਮਿਹਰਾਮਤ ਕਰਨ। ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।